असंख नाम असंख थाम, अगम अगम असंख लो। असंख कहें सिर भार होए, अखरी नाम अखरी साला। अखरी ज्ञान गीत गुण गा, अखरी लिखण बोलन बाण। अखरा सिर संजोग वखाण, जिन ए लिखे तिस सिर नाहे। जिम फरमाए तेम तेम पाहे, जेता कीता तेता नाओ। विण नावै नाही को थाओ, कुदरत कवण कहाँ विचार। वारिया ना जावा एक बार, जो तुद भावै साई भली कार। तू सदा सलामत निरंकार। वाहिगुरू जी का खालसा, वाहिगुरू जी की फतेह। गुरु प्यारी साध संगत जी, जप बाणी दी चल रही लड़ीवार विचार विच आपां 18 नंबर पौड़ी तक विचार सरवण कर चुके हैं। अज आपां 19 नंबर पौड़ी का पाठ सरवण किया है। जिमें कि आपां ये जड़ियाँ चल रही पौड़ियां ने 16 नंबर तो लैके 16, 17, 18, 19 ये चारे जड़ियाँ पौड़ियां ने, ਜਿਹੜੇ ਲੜੀਵਾਰ ਸਰੋਤੇ ਇਹਨਾਂ ਵਿਚਾਰਾਂ ਨੂੰ ਸਰਵਣ ਕਰ ਰਹੇ ਨੇ ਉਹ ਇਸ ਲੜੀ ਨੂੰ ਵੇਖ ਸਕਦੇ ਨੇ ਜੋੜ ਕੇ ਵੀ ਕਿੱਦਾਂ ਗੁਰਦੇਵ ਜੀ ਨੇ ਇੱਕ ਪੌੜੀ ਤੋਂ ਬਾਅਦ ਦੂਜੀ ਪੌੜੀ ਤੋਂ ਬਾਅਦ ਤੀਜੀ ਪੌੜੀ ਵਿੱਚ ਕਿਵੇਂ ਗੁਰਦੇਵ ਜੀ ਨੇ ਇੱਕੇ ਪ੍ਰਕਰਨ ਨੂੰ, ਇੱਕੇ ਵਿਸ਼ੇ ਨੂੰ ਅੱਗੇ ਤੋਰਿਆ ਹੈ ਤੇ ਕਿਵੇਂ ਸਾਨੂੰ ਇਹ ਗਿਆਨ ਬੋਧ ਬਖਸ਼ਿਸ਼ ਕੀਤਾ ਹੈ, ਕਿਵੇਂ ਅਸੀਂ ਆਪਣੀ ਜ਼ਿੰਦਗੀ ਨੂੰ ਗੁਣਾਂ ਦੇ ਨਾਲ ਭਰਪੂਰ ਕਰਨਾ ਹੈ। ਤੋ ਪਾਤਸ਼ਾਹ ਜੀ ਨੇ ਜਿਵੇਂ ਆਪਾਂ ਪਹਿਲੀਆਂ ਪੌੜੀਆਂ 'ਚ ਸਰਵਣ ਕਰ ਚੁੱਕੇ ਹਾਂ ਕਿ ਗੁਰਦੇਵ ਜੀ ਨੇ उस मालक की जिहड़ी बेअंतताई है, वो जिहड़ी कुदरत रची हुई है, वो बारे जो ये शब्द वरते भी कुदरत कवण मेरी की पाया है, मेरी की कुदरत है। क्योंकि कुदरत का अर्थ है ताकत, शक्ति। भी मेरी की पाया है कि मैं उहदी बेअंत कुदरत नूं लफ्ज़ां द्वारा बयान कर सकां। भी कुदरत कवण कहाँ विचार, वारिया ना जावां। मैं तो एक वार कुर्बान होण जोगा भी नहीं। मैं तो ये शब्द बोलां भी महाराज जे मैं तुहाडे तो कुर्बान जाना, तो ये शब्द भी वो तो ये शब्द द्वारा भी मैं ये कह सकदा भी मैं वो तो कुर्बान नहीं जा सकता। शब्द भी नहीं बोलना मेरे वास्ते, ये मैं कह सकदा मेरे वास्ते बहुत छोटी चीज़ है। भी मालक तो एडा वड्डा बेअंत है, मैं तो लफ्ज़ां द्वारा भी वो तो एक बार कुर्बान नहीं हो सकता। भी कुदरत कवण कहाँ विचार, कहते वारिया ना जावां एक बार। भी ਉਹਦਾ अंत पाउणा, ਉਹਦਾ ਥਾਹ ਪਾਉਣਾ, ਉਦੋਂ ਉਹਦਾ ਐਂਡ ਲੱਭਣਾ, ਇਹ ਤਾਂ ਬਹੁਤ ਵੱਡੀ ਗੱਲ ਹੈ। ਕਹਿਣ ਲੱਗੇ ਇਹ ਮੈਂ ਕਹਾਂ ਵੀ ਮਹਾਰਾਜ ਮੈਂ ਤੁਹਾਡੇ ਤੋਂ ਕੁਰਬਾਨ ਜਾਣਾ। ਕਹਿੰਦੇ ਵੀ ਮੇਰੇ ਕੋਲ ਤੇ ਕੁਰਬਾਨ ਵੀ ਨਹੀਂ ਜਾਇਆ ਜਾ ਰਿਹਾ, ਵੀ ਐਡਾ ਉਹ ਮਾਲਕ ਦਾ ਪਸਾਰਾ ਵੱਡਾ ਹੈ। ਤੋ ਇਹ ਗੱਲ ਪਿੱਛੇ ਆਪਾਂ ਵਿਚਾਰ ਆਏ ਹਾਂ ਵੀ ਜਿੱਥੇ ਅਸੰਖ ਜਪੀ ਨੇ, ਅਸੰਖ ਤਪੀ ਨੇ, ਤੇ ਉੱਥੇ ਨਾਲ ਨਾਲ ਅਸੰਖ ਚੋਰ ਵੀ ਹੈਗੇ ਆ। ਭਾਵ ਗੁਰਦੇਵ ਜੀ ਦੱਸ ਰਹੇ ਨੇ ਵੀ ਐਡਾ ਵੱਡਾ ਪਸਾਰਾ ਮਾਲਕ ਜੀ, ਬਹੁਤ ਕੁਝ ਹੈ ਸੰਸਾਰ 'ਤੇ। ਅਤੇ ਅੱਗੇ ਗੁਰਦੇਵ ਜੀ ਹੁਣ ਜਿਹੜੀ ਪੌੜੀ ਆਪਾਂ ਹੁਣ 19 ਨੰਬਰ ਪੜ੍ਹੀ ਹੈ, ਇਹਦੇ ਵਿੱਚ ਗੁਰਦੇਵ ਜੀ ਬਹੁਤ ਪਿਆਰੇ ਸ਼ਬਦਾਂ ਨਾਲ ਸਮਝਾ ਰਹੇ ਨੇ ਵੀ ਕੁਦਰਤ ਕਵਣ ਮੇਰੀ ਕੀ ਪਾਇਆ ਹੈ, ਮੇਰੀ ਕੀ ਸਮਰੱਥਾ ਹੈ ਕਿ ਮਾਲਕ ਜੀ ਤੁਹਾਡੀ ਬੇਅੰਤ ਕੁਦਰਤ ਨੂੰ ਲਫ਼ਜ਼ਾਂ ਦੁਆਰਾ ਬਿਆਨ ਕਰ ਸਕਾਂ। ਕੁਦਰਤ ਕਵਣ ਕਹਾਂ ਵਿਚਾਰ, ਤੇ ਪਾਤਸ਼ਾਹ ਕਹਿੰਦੇ ਨੇ ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਜੋ ਤੁਹਾਨੂੰ ਭਾਉਂਦਾ ਹੈ ਸਾਈ ਭਲੀ ਕਰ। ਵੈਸੇ ਤਾਂ ਬਾਣੀ 'ਚ ਬਾਰ-ਬਾਰ ਇਹੋ ਹੀ ਆਖਿਆ कि असी उस मालक की रजा में तुरना शुरू कर दी। वैसे इंसान की दूरी का कारण भी इहो आ भी तुम करो भला हम भलो ना जाने। उस साडा भला चाहुंदे आ, असीं उहनूं भला करके जाणदे नहीं। जिवें घर च माँ बाप नहीं हुंदे, कई वारी माँ बाप अपने बच्चे नूं किसी गलती तो रोकदे आ, पर बच्चे नूं उस वक्त इंज लगदा भी मेरे सब तो वड्डे दुश्मन मेरे माँ बाप ने, मेरे दादा जी मेरे दुश्मन ने, मेरी दादी दुश्मन है, मेरी माँ दुश्मन है, मेरा बाप दुश्मन है। कई बारी वो गुस्से च कह भी दिंदा है भी जिहड़ा टोके उहनूं लगदा ये माड़ा है, जिहड़ा नहीं टोकदा वो चंगा है। पर उहनूं ये नहीं पता भी टोकण वाला तेरे फायदे च है। ਹੁਣ ਸਕੂਲ ਵਿੱਚ ਟੀਚਰ ਆਉਂਦੇ ਆ, ਕਈ ਟੀਚਰ ਹੁੰਦੇ ਨੇ ਵਿਦਿਆਰਥੀ ਨੂੰ ਟੋਕਦੇ ਨੇ, ਅਤੇ ਕਈ ਵਾਰੀ ਸਟੂਡੈਂਟ ਨੂੰ ਇਹ ਲੱਗਦਾ ਵੀ ਇਹ ਟੀਚਰ ਮਾੜਾ ਹੈ। ਜਿਹੜਾ ਸਟੂਡੈਂਟ ਨੂੰ ਟੋਕਦਾ ਨਹੀਂ, ਸਾਨੂੰ ਲੱਗਦਾ ਵੀ ਇਹ ਟੀਚਰ ਬਹੁਤ ਚੰਗਾ ਹੈ, ਪਰ ਜਿਹੜਾ ਟੋਕਦਾ ਹੈ ਨਾ ਉਹ ਸਾਡਾ ਦੁਸ਼ਮਣ ਨਹੀਂ ਹੈ, ਉਹ ਸਾਨੂੰ ਖੂਬਸੂਰਤ ਬਣਾਉਣਾ ਚਾਹੁੰਦਾ ਹੈ। ਜਿਵੇਂ ਬਾਣੀ 'ਚ ਲਿਖਿਆ ਜੇ ਗੁਰ ਝਿੜਕੈ ਤਾਂ ਮਿੱਠਾ ਲੱਗੈ। ਜਦੋਂ ਗੁਰੂ ਝਿੜਕ ਮਾਰਦਾ ਹੈ ਨਾ, ਜਿੱਦਣ ਕਿਤੇ ਸਾਨੂੰ ਸਮਝ ਆ ਗਏ ਵੀ ਇਸ ਝਿੜਕ ਵਿੱਚ ਸਾਡੀ ਜ਼ਿੰਦਗੀ ਨੂੰ ਸਵਾਰਨਾ ਛੁਪਿਆ ਹੋਇਆ ਹੈ। ਜਿਵੇਂ ਪਾਤਸ਼ਾਹ ਨੇ ਬਾਣੀ ਨਾ ਗੁਰ ਮਿਲ ਚੱਜ ਅਚਾਰ ਸਿੱਖ
ਤੁਧ ਕਦੇ ਨਾ ਲੱਗਿਆ ਦੁੱਖ। ਜਿਵੇਂ ਧੀ ਨੂੰ ਜਦੋਂ ਮਾਂ ਪੇਕੇ ਘਰ ਇੱਦਾਂ ਸਮਝਾਉਂਦੀ ਹੈ ਨਾ ਵੀ ਇੱਦਾਂ ਆਟਾ ਗੁੰਨੀ ਦੇ, ਪਰਾਤ ਨਾਲ ਆਟਾ ਨਹੀਂ ਲੱਗਣਾ ਚਾਹੀਦਾ ਜਦੋਂ ਤੂੰ ਗੁੰਨੇ, ਵੀ ਜਦੋਂ ਤੂੰ ਐਂ ਗੁੰਨੇ ਐ ਪਰਾਤ ਮਗਰੋਂ ਬਿਲਕੁਲ ਸਾਫ਼ ਹੋਵੇ, ਲਾਗੇ ਆਟਾ ਡੁੱਲੇ ਨਾ, ਸਬਜ਼ੀ ਕਿੱਦਾਂ ਬਣਾਉਣੀ ਹੈ। ਉਦੋਂ ਕਈ ਵਾਰੀ ਧੀ ਨੂੰ ਗੁੱਸਾ ਲੱਗਦਾ, ਮੈਨੂੰ ਮਾਂ ਮੇਰੀ ਕਿਉਂ ਟੋਕਦੀ ਹੈ। ਪਰ ਮਾਂ ਨੂੰ ਪਤਾ ਹੈ ਵੀ ਪੁੱਤ ਇੱਥੇ ਤਾਂ ਮੈਂ ਤੈਨੂੰ ਟੋਕਦੀ ਹਾਂ ਨਾ, ਜੇ ਤੂੰ ਇਹ ਗੁਣ ਪੱਲੇ ਲੈ ਗਈ ਤਾਂ ਦਰਾਣੀਆਂ ਜਠਾਣੀਆਂ 'ਚ ਐ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜੂਏਗੀ, ਕਹਿਣਗੇ ਇਹ ਕਿਸੇ ਮਾਂ ਦੀ ਚੰਡੀ ਹੋਈ ਹੈ, ਇਹਨੇ ਕੁਝ ਗੁਣ ਸਿੱਖੇ ਹੋਏ ਨੇ। ਤੋ ਇਹ ਗੱਲਾਂ ਨੇ ਬੜੀਆਂ ਪਿਆਰੀਆਂ, ਇਹ ਸੰਸਾਰੀਆਂ ਉਦਾਹਰਨਾਂ ਲੈ ਕੇ ਆਪਾਂ ਜ਼ਿੰਦਗੀ ਨੂੰ ਜੂਣ ਦਾ ਤਰੀਕਾ ਸਮਝਣਾ। ਇੱਦਾਂ ਪਾਤਸ਼ਾਹ ਕਹਿੰਦੇ ਜੋ ਤੁਧ ਭਾਵੈ, ਜੋ ਤੁਹਾਨੂੰ ਭਾਉਂਦਾ ਹੈ ਸਾਈ ਭਲੀ ਕਰ ਮਾਲਕ ਜੀ। ਮੇਰੀ ਇਹੋ ਬੇਨਤੀ ਹੈ ਵੀ ਉਹ ਕੰਮ ਮੈਨੂੰ ਵੀ ਚੰਗਾ ਲੱਗ ਸਕੇ ਅਤੇ ਮੈਂ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਸਕਾਂ। ਤੂੰ ਸਦਾ ਸਲਾਮਤ ਨਿਰੰਕਾਰ, ਤੁਸੀਂ ਸਦੀਵ ਰਹਿਣ ਵਾਲੇ ਹੋ। ਅਤੇ ਜੇ ਤੁਸੀਂ ਸਦੀਵ ਰਹਿਣ ਵਾਲੇ ਹੋ ਤਾਂ ਜਦੋਂ ਮੈਂ ਤੁਹਾਡੀ ਰਜਾ ਵਿੱਚ ਤੁਰਾਂਗਾ ਤਾਂ ਕੁਦਰਤੀ ਗੱਲ ਹੈ ਸਰੀਰ ਮੇਰਾ ਵੀ ਨਹੀਂ ਰਹਿਣਾ, ਪਰ ਮੇਰੇ ਕੰਮਾਂ ਦੁਆਰਾ ਸੰਸਾਰ ਅਤੇ ਕਰਮਾਂ ਦੁਆਰਾ ਸੰਸਾਰ ਦੇ ਵਿੱਚ ਸਦਾ ਮੇਰਾ ਨਾਂ ਰਹੇਗਾ। ਭਾਵ ਮੈਂ ਕੰਮਾਂ ਦੁਆਰਾ ਸਦਾ ਸੰਸਾਰ ਦੇ ਵਿੱਚ ਰਹਾਂਗਾ। ਅਤੇ ਅੱਜ ਜਿਨ੍ਹਾਂ ਦੇ ਵੀ ਅਸੀਂ ਨਾਂ ਲੈਂਦੇ ਹਾਂ, ਸਰੀਰ ਭਾਵੇਂ ਉਹਨਾਂ ਦੇ ਸਾਡੇ ਵਿੱਚ ਨਹੀਂ, ਪਰ ਉਹਨਾਂ ਦੇ ਕਰਮ ਬੋਲਦੇ ਨੇ, ਭਾਵੇਂ ਕਿਸੇ ਦੀਆਂ ਲਿਖਤਾਂ ਦੁਆਰਾ ਨੇ, ਭਾਵੇਂ ਕਿਸੇ ਨੇ ਕੁਝ ਸ਼ਬਦ ਬੋਲੇ ਨੇ, ਭਾਵੇਂ ਕੋਈ ਸੰਸਾਰ 'ਤੇ ਕਿਸੇ ਨੇ ਕੋਈ ਫਿਜ਼ੀਕਲ ਤੌਰ 'ਤੇ ਸਰੀਰਕ ਕੰਮ ਕੀਤੇ ਨੇ, ਲੋਕ ਯਾਦ ਕਰਦੇ ਕੋਈ ਬੰਦਾ ਸੀ ਉਹਨੇ ਆਹ ਕੰਮ ਕੀਤੇ। ਤੋ ਖੈਰ ਇੱਥੇ ਪਾਤਸ਼ਾਹ ਜੀ ਉਹਦੀ ਬੇਅੰਤ ਕੁਦਰਤ ਦੀ ਗੱਲ ਕਰਦਿਆਂ ਸਮਝਾ ਰਹੇ ਨੇ ਵੀ ਅਸੰਖ ਨਾਮ, ਹੇ ਮੇਰੇ ਮਾਲਕ ਜੀ ਇਹ ਅਸੰਖ ਹੀ ਜੀਵ ਨੇ ਅਤੇ ਅਸੰਖ ਹੀ ਉਹਨਾਂ ਦੇ ਨਾਮ ਨੇ। ਵੀ ਨਾਂ ਤਾਂ ਤੁਸੀਂ ਹੁਣ ਇਹ ਅਸੰਖ ਸ਼ਬਦ ਤਾਂ ਵਰਤਿਆ, ਹੁਣ ਧਿਆਨ ਨਾਲ ਸੁਣਿਓ। ਆਪਾਂ ਕਈ ਵਾਰੀ ਇਹ ਸ਼ਬਦ ਅਕਸਰ ਬੋਲ ਦਿੰਦੇ ਹਾਂ, ਇਹ ਗੱਲਾਂ ਬਾਣੀ ਵਿੱਚ ਇਹ ਆਈਆਂ ਵੀ ਜਦੋਂ ਇੱਥੇ ਸ਼ਬਦ ਵਰਤਾ ਅਸੰਖ ਨਾਮ ਅਸੰਖ ਥਾਂ, ਵੀ ਅਸੰਖ ਹੀ ਜੀਵ ਨੇ ਅਤੇ ਅਸੰਖ ਹੀ ਉਹਨਾਂ ਦੇ ਅੱਗੇ ਨਾਮ ਨੇ। ਅਸੰਖ ਥਾਂ ਅਤੇ ਅਸੰਖ ਹੀ ਥਾਂ ਨੇ। ਹੁਣ ਜਦੋਂ ਅਸੰਖ ਸ਼ਬਦ ਵਰਤਤਾ, ਪਹਿਲਾਂ ਆਪਾਂ ਕਹਿੰਦੇ ਲੱਖ, ਫਿਰ ਕਰੋੜ, ਅਰਬ, ਖਰਬ, ਭਾਵ ਇੱਥੇ ਤਾਂ ਮੈਥ ਵੀ ਖਤਮ ਹੋ ਗਿਆ। ਆਪਾਂ ਸਿੱਧਾ ਸ਼ਬਦ ਬੋਲ ਦਿੱਤਾ ਵੀ ਭਾਵ ਜਿਹਨੂੰ ਤੁਸੀਂ ਲਫ਼ਜ਼ਾਂ ਦੁਆਰਾ ਬਿਆਨ ਨਹੀਂ ਕਰ ਸਕਦੇ, ਵੀ ਬੇਅੰਤ ਸ਼ਬਦ ਆਪਾਂ ਕਹਿ ਦਈਏ ਵੀ ਬੇਅੰਤ ਸ਼ਬਦ ਵੀ ਛੋਟਾ ਹੈ। ਪਾਤਸ਼ਾਹ ਕਹਿੰਦੇ ਨੇ ਅਸੰਖ ਨਾਮ, ਅਸੰਖ ਕਿਸਮ ਦੇ ਜੀਵ ਨੇ, ਭਾਵ ਅਸੰਖ ਹੀ ਜੀਵ ਨੇ, ਅਸੰਖ ਹੀ ਉਹਨਾਂ ਦੇ ਨਾਮ ਨੇ, ਅਸੰਖ ਥਾਂ ਅਤੇ ਅਸੰਖ ਹੀ ਥਾਵਾਂ ਨੇ। ਪਾਤਸ਼ਾਹ ਅੱਗੇ ਕਹਿੰਦੇ ਨੇ ਅਸੰਖ ਨਾਮ ਅਸੰਖ ਥਾਮ, ਅਤੇ ਪਾਤਸ਼ਾਹ ਕਹਿੰਦੇ ਅਗੰਮ ਅਗੰਮ ਅਸੰਖ ਲੋ, ਅਸੰਖ ਹੀ ਲੋ ਨੇ, ਅਸੰਖ ਹੀ ਭਵਨ ਨੇ। ਅਤੇ ਗੰਮ ਦਾ ਅਰਥ ਹੁੰਦਾ ਹੈ ਪਹੁੰਚ, ਅਤੇ ਅਗੰਮ ਦਾ ਅਰਥ ਕੀ ਹੈ, ਜਿੱਥੋਂ ਤੱਕ ਜੀਵ ਦੀ ਪਹੁੰਚ ਨਹੀਂ ਹੈ। ਭਾਵੇਂ ਬੜਾ ਕੁਝ ਬੰਦੇ ਨੇ ਖੋਜ ਲਿਆ, ਜਿਹੜੇ ਵਿਗਿਆਨੀ ਨੇ ਬਹੁਤ ਕੁਝ ਲੱਭ ਚੁੱਕੇ ਨੇ, ਬਹੁਤ ਕੁਝ ਉਹ ਖੋਜ ਚੁੱਕੇ ਨੇ, ਪਰ ਉਹਨਾਂ ਨੇ ਇਹ ਥੋੜ੍ਹਾ ਕਿਹਾ ਵੀ ਐਂਡ ਹੋ ਗਿਆ, ਹੁਣ ਅਸੀਂ ਅਖੀਰ 'ਤੇ ਪਹੁੰਚ ਗਏ। ਅਜੇ ਬਹੁਤ ਕੁਝ ਐਸਾ ਹੈ ਜਿਹੜਾ ਖੋਜ ਤੋਂ ਪਰੇ ਹੈ ਅਤੇ ਸਾਰਾ ਕੁਝ ਖੋਜਿਆ ਵੀ ਨਹੀਂ ਜਾਣਾ। ਤੋ ਪਾਤਸ਼ਾਹ ਇੱਥੇ ਗੱਲ ਸਮਝਾ ਰਹੇ ਨੇ ਵੀ ਅਸੰਖ ਨਾਮ ਅਸੰਖ ਥਾਂ, ਅਗੰਮ ਅਗੰਮ, ਅਗੰਮ ਦਾ ਅਰਥ ਹੁੰਦਾ ਹੈ, ਗੰਮ ਦਾ ਅਰਥ ਹੁੰਦਾ ਪਹੁੰਚਣਾ, ਗੰਮ ਦਾ ਅਰਥ ਹੈ ਪਹੁੰਚਣਾ, ਅਤੇ ਅਗੰਮ ਦਾ ਅਰਥ ਕੀ ਹੈ, ਜਿੱਥੋਂ ਤੱਕ ਸਾਡੀ ਪਹੁੰਚ ਨਹੀਂ ਹੈ। ਅਗੰਮ ਅਗੰਮ ਅਸੰਖ ਲੋ, ਬਹੁਤ ਭਵਨ ਐਸੇ ਵੀ ਹੈਗੇ ਨੇ ਜਿੱਥੋਂ ਤੱਕ ਇਸ ਜੀਵ ਦੀ ਅਜੇ ਪਹੁੰਚ ਨਹੀਂ ਹੋਈ। ਹੋ ਸਕਦਾ ਉੱਥੇ ਪਹੁੰਚ ਹੋ ਜਾਏ, ਉਸ ਤੋਂ ਅੱਗੇ ਕੋਈ ਬਹੁਤ ਕੁਝ ਹੋਵੇ ਜਿੱਥੋਂ ਤੱਕ ਇਸ ਜੀਵ ਦੀ ਪਹੁੰਚ ਅਜੇ ਨਹੀਂ ਹੋਈ। ਤਾਂ ਹੀ ਬਾਣੀ 'ਚ ਬਾਰ-ਬਾਰ ਇਹ ਸ਼ਬਦ ਵਰਤੇ ਸੀ ਵੀ ਤੂੰ ਉਹਦਾ ਅੰਤ ਭਾਈ ਨਹੀਂ ਪਾ ਸਕਦਾ। ਤੋ ਅੱਗੇ ਗੁਰਦੇਵ ਜੀ ਕਹਿੰਦੇ ਨੇ ਅਗੰਮ ਅਗੰਮ ਅਸੰਖ ਲੋ, ਅਸੰਖ ਕਹਿ। ਵੇਖੋ ਹੁਣ ਕਿੱਡੇ ਪਿਆਰੇ ਸ਼ਬਦ ਵਰਤੇ। ਪਹਿਲਾਂ ਅਸੰਖ ਸ਼ਬਦ ਵਰਤ ਦਿੱਤਾ, ਕਹਿੰਦੇ ਅਸੰਖ ਕਹਿ ਸਿਰ ਭਾਰ ਹੋਏ। ਉਹਦੀ ਏਡੀ ਵੱਡੀ ਰਚਨਾ ਬਾਰੇ, ਏਡੇ ਵੱਡੇ ਪਸਾਰੇ ਬਾਰੇ ਅਸੰਖ ਸ਼ਬਦ ਕਹਿ ਕੇ ਵੀ ਸਿਰ 'ਤੇ ਭਾਰ ਚੁੱਕਣ ਵਾਲੀ ਗੱਲ ਹੈ। ਵੀ ਆਪਾਂ ਕਹਿ ਦਈਏ ਵੀ ਬੇਅੰਤ ਹੈ ਮਾਲਕ, ਇਹ ਬੇਅੰਤ ਸ਼ਬਦ ਕਹਿ ਕੇ ਵੀ ਨਾ, ਅਸੰਖ ਸ਼ਬਦ ਕਹਿ ਕੇ ਵੀ ਐਸ ਸਿਰ 'ਤੇ ਭਾਰ ਚੁੱਕਣ ਵਾਲੀ ਗੱਲ ਹੈ ਕਿ ਮੈਂ ਜਿਹੜਾ ਲਫ਼ਜ਼ ਢੁਕਵਾਂ ਬਣਦਾ ਸੀ ਨਾ, ਪ੍ਰੋਪਰ ਸ਼ਬਦ ਬਣਦਾ ਸੀ, ਮੈਂ ਉਹ ਸ਼ਬਦ ਵੀ ਨਹੀਂ ਬੋਲ ਸਕਿਆ। ਅਸੰਖ ਕਹਿ ਵੀ ਇੱਦਾਂ ਕਹਿ ਦਈਏ ਰੱਬ ਜੀ ਤੁਸੀਂ ਬੇਅੰਤ ਹੋ, ਇਹ ਬੇਅੰਤ ਕਹਿ ਕੇ ਵੀ ਨਾ ਆਪਣੇ ਸਿਰ 'ਤੇ ਭਾਰ ਚੁੱਕਣ ਵਾਲੀ ਗੱਲ ਹੈ। ਅਤੇ ਫਿਰ ਕਿੱਦਾਂ ਭਾਈ ਤੂੰ ਅੰਤ ਪਾ ਲਵੇਂਗਾ। ਹੈ ਹੁਣ ਤੇ ਪਸਾਰੇ ਦੀ ਗੱਲ ਕਰ ਰਹੇ ਗੁਰਦੇਵ ਜੀ, ਕਹਿੰਦੇ ਅਸੰਖ ਕਹਿ ਸਿਰ ਭਾਰ ਹੋਏ, ਅੱਖਰੀ ਨਾਮ ਅੱਖਰੀ ਸਾਲਾ। ਅੱਖਰਾਂ ਦੁਆਰਾ ਹੀ ਉਹਦਾ ਨਾਮ ਲਿਆ ਜਾ ਸਕਦਾ ਹੈ, ਅੱਖਰਾਂ ਦੁਆਰਾ ਹੀ ਉਹਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ, ਭਾਵ ਉਹਦੇ ਹੁਕਮ ਦੁਆਰਾ, ਉਹਦੇ ਸ਼ਬਦ ਨੂੰ ਸਮਝ ਕੇ। ਅੱਖਰੀ ਨਾਮ ਅੱਖਰੀ ਸਾਲਾ, ਅਤੇ ਅੱਖਰਾਂ ਦੁਆਰਾ ਹੀ ਗਿਆਨ ਗੀਤ ਗੁਣ ਗਾ। ਅੱਖਰਾਂ ਦੁਆਰਾ ਹੀ ਉਹਦੇ ਗਿਆਨ ਨਾਲ ਸਾਂਝ ਪੈ ਸਕਦੀ ਹੈ, ਗੀਤ ਗਾਏ ਜਾ ਸਕਦੇ। ਅਤੇ ਗਾਹ ਦਾ ਅਰਥ ਹੁੰਦਾ ਗਾਉਣਾ। ਜਿਵੇਂ ਆਪਾਂ ਜਿਹੜੇ ਬਿਲਕੁਲ ਕਿਰਸਾਨੀ ਕਿੱਤੇ ਨਾਲ ਸੰਬੰਧ ਰੱਖਣ ਵਾਲੇ ਉਹਨਾਂ ਨੂੰ ਪਤਾ, ਜਿਵੇਂ ਫਲੇ ਗਾਏ ਜਾਂਦੇ ਸੀ ਪਹਿਲਾਂ, ਜਿਵੇਂ ਤੋਰੀਆ ਗਾਇਆ ਜਾਂਦਾ ਸੀ। ਗਾਉਣਾ ਅਤੇ ਵਿੱਚੋਂ ਬੀਜ ਦੀ ਪ੍ਰਾਪਤੀ ਕਰਨੀ। ਗਾਉਣਾ ਭਾਵ ਤੱਤ ਤੱਕ ਪਹੁੰਚਣਾ, ਲੱਭਣਾ ਉਹਦੇ ਵਿੱਚੋਂ ਕੁਝ। ਜਿਵੇਂ ਆਪਾਂ ਦਹੀਂ ਦੇ ਵਿੱਚ ਮਧਾਣੀ ਪਾ ਕੇ ਉਹਨੂੰ ਰਿੜਕਦੇ ਹਾਂ, ਉਹਦੇ ਵਿੱਚੋਂ ਆਪਾਂ ਮੱਖਣ ਕੱਢਦੇ ਹਾਂ। ਗਾਉਣਾ ਭਾਵ ਸ਼ਬਦਾਂ ਦੁਆਰਾ। ਵੈਸੇ ਇੱਕ ਬੇਨਤੀ ਕਰਾਂ, ਸ਼ਬਦ ਹੀ ਨੇ ਜਿਹੜੇ, ਕਈ ਵਾਰੀ ਆਪਾਂ ਨੂੰ ਇੰਝ ਲੱਗਦਾ ਵੀ ਜਿਹੜੇ
ਗੂੰਗੇ ਨੇ ਜਿਹੜੇ ਉਹ ਬੋਲ ਨਹੀਂ ਸਕਦੇ ਭਾਈ, ਪਰ ਉਹਨਾਂ ਦੀ ਵੀ ਇੱਕ ਲੈਂਗੁਏਜ ਹੈ, ਉਹਨਾਂ ਦੇ ਵੀ ਇੱਕ ਸ਼ਬਦ ਨੇ ਜਿਹੜੇ ਸਾਨੂੰ ਸਮਝ ਨਹੀਂ ਆਉਂਦੇ। ਉਹ ਹੱਥਾਂ ਨਾਲ ਵੀ ਇੱਕ ਦੂਜੇ, ਜਦੋਂ ਗੂੰਗਾ ਤੁਸੀਂ ਵੇਖਿਆ ਕਿ ਵੀ ਜਦੋਂ ਇੱਕ ਗੂੰਗਾ ਬੰਦਾ ਜਦੋਂ ਗੂੰਗੇ ਬੰਦੇ ਨਾਲ ਗੱਲ ਕਰਦਾ, ਉਹਦੀ ਵੀ ਇੱਕ ਲੈਂਗੁਏਜ ਹੈ, ਉਹਦੀ ਵੀ ਇੱਕ ਭਾਸ਼ਾ ਹੈ, ਉਹਦਾ ਵੀ ਇੱਕ ਸ਼ਬਦ ਹੈ। ਮੈਂ ਬਾਹਰਲੀਆਂ ਕੰਟਰੀਆਂ 'ਚ ਕਈ ਆਪਣੇ ਟੈਕਸੀ ਵਾਲੇ ਵੀਰਾਂ ਦੇ ਨਾਲ ਗੱਲਬਾਤ ਜਦੋਂ ਕੀਤੀ ਤੇ ਵੇਖਿਆ ਵੀ ਜਦੋਂ ਉਹਨਾਂ ਦੇ ਨਾਲ ਇੱਦਾਂ ਪੈਸੇਂਜਰ ਨਾਲ ਸੀਟ 'ਤੇ ਬੈਠਦਾ ਹੈ ਤੇ ਇਹਦਾ ਅੱਖਰ ਇੱਦਾਂ ਦਾਣਿਆਂ ਵਾਲੇ ਲਿਖੇ ਹੁੰਦੇ, ਤੇ ਮੈਂ ਕਈ ਵਾਰੀ ਪੁੱਛਣਾ ਵੀ ਇਹ ਕੀ ਹੈ, ਉਹਨਾਂ ਕਹਿਣਾ ਇਹ ਨੇਤਰਹੀਣ ਵਿਅਕਤੀਆਂ ਵਾਸਤੇ ਉਹਨਾਂ ਦੀ ਲੈਂਗੁਏਜ ਹੈ ਵੀ ਜੇ ਕੱਲ੍ਹ ਨੂੰ ਕੋਈ ਪੈਸੇਂਜਰ ਆਣ ਕੇ ਨੇਤਰਹੀਣ ਬੈਠਦਾ ਹੈ ਤੇ ਇੱਥੇ ਟੈਕਸੀ ਡਰਾਈਵਰ ਦਾ ਨਾਮ ਲਿਖਿਆ ਹੋਇਆ ਹੈ, ਗੱਡੀ ਦਾ ਨੰਬਰ ਲਿਖਿਆ ਹੋਇਆ, ਤਾਂ ਕਿ ਉਹ ਬਿਨਾਂ ਪੁੱਛਿਆਂ ਜਾਣ ਸਕੇ, ਗੱਲਬਾਤ ਕਰਨ ਤੋਂ ਬਿਨਾਂ ਵੀ ਜਾਣ ਸਕੇ, ਭਾਵੇਂ ਉਹਦੇ ਕੋਲ ਅੱਖਾਂ ਨਹੀਂ ਪਰ ਉਹ ਵੀ ਸ਼ਬਦ ਉਹ ਨਾਲ ਇੱਦਾਂ ਜਦੋਂ ਸੀਟ 'ਤੇ ਬੈਠ ਕੇ ਇੱਦਾਂ ਬਾਰੀ ਦੇ ਨਾਲ ਜਦੋਂ ਡੋਰ ਦੇ ਨਾਲ ਜਦੋਂ ਹੱਥ ਮਾਰਦਾ ਅਤੇ ਉੱਥੇ ਉਹ ਦਾਣਿਆਂ 'ਤੇ ਹੱਥ ਮਾਰ ਕੇ ਚੈੱਕ ਕਰ ਲੈਂਦਾ, ਭਾਵ ਉਹਨੂੰ ਸਮਝ ਆ ਜਾਂਦੀ ਵੀ ਇਹ ਇਸ ਗੱਡੀ ਨੂੰ ਚਲਾਉਣ ਵਾਲੇ ਡਰਾਈਵਰ ਦਾ ਨਾਮ ਆਹ ਹੈ, ਗੱਡੀ ਦਾ ਆਹ ਨੰਬਰ ਹੈ। ਜਾਣੀ ਕਿ ਜੇ ਕੱਲ੍ਹ ਨੂੰ ਕੋਈ ਉਹ ਹਰਕਤ ਗਲਤ ਕਰਨ ਦੀ ਕੋਸ਼ਿਸ਼ ਕਰੇ ਤਾਂ ਉਹ ਪੁਲਿਸ ਨੂੰ ਜਿਹੜੀ ਹੈ ਇਨਫੋਰਮੇਸ਼ਨ ਦੇ ਸਕੇ, ਜਾਣਕਾਰੀ ਦੇ ਸਕੇ, ਜੇ ਉਹਦੇ ਨਾਲ ਕੋਈ ਕੱਲ੍ਹ ਨੂੰ ਕੋਈ ਵਧੀਕੀ ਕਰਦਾ ਹੈ। ਤਾਂ ਇਹ ਗੱਲਾਂ ਕਹਿਣ ਦਾ ਮਤਲਬ ਹੈ ਨੇਤਰਹੀਣ ਬੰਦੇ ਦੀ ਵੀ ਕੋਈ ਲੈਂਗੁਏਜ ਹੈ, ਜਿਹੜਾ ਗੂੰਗਾ ਬੰਦਾ ਉਹਦੀ ਵੀ ਇੱਕ ਭਾਸ਼ਾ, ਭਾਵੇਂ ਆਪਾਂ ਕਹਿੰਦੇ ਵੀ ਲੈ ਇਹਨੂੰ ਕਿਹੜਾ ਸ਼ਬਦਾਂ ਦਾ ਪਤਾ ਹੈ, ਹਰ ਇੱਕ ਦਾ ਜਿਹੜਾ ਵਾ ਸ਼ਬਦਾਂ ਤੋਂ ਬਿਨਾਂ ਗੁਜ਼ਾਰਾ ਨਹੀਂ, ਜਿਹੜਾ ਸ਼ਬਦ ਹੀ ਆ ਜਿਹੜਾ ਇੱਕ ਦੂਜੇ ਨਾਲ ਸਾਡੀ ਵੱਖਰੀ ਗੱਲ ਹੈ। ਸ਼ਬਦ ਕਿੱਦਾਂ ਦੇ ਨੇ, ਹੁਣ ਇੱਥੇ ਗੁਰਦੇਵ ਜੀ ਕਹਿੰਦੇ ਅੱਖਰੀ ਨਾਮ, ਅੱਖਰੀ ਸਾਲਾ, ਅੱਖਰਾਂ ਦੁਆਰਾ ਹੀ ਨਾਮ ਲਿਆ ਜਾਂਦਾ ਹੈ, ਅੱਖਰਾਂ ਦੁਆਰਾ ਹੀ ਸਿਫਤ ਸਲਾਹ ਕੀਤੀ ਜਾਂਦੀ ਹੈ। ਤੋ ਪਾਤਸ਼ਾਹ ਅੱਗੇ ਕਹਿੰਦੇ ਨੇ ਅੱਖਰੀ ਗਿਆਨ ਗੀਤ ਗੁਣ ਗਾ, ਅੱਖਰਾਂ ਦੁਆਰਾ ਹੀ ਗਿਆਨ ਵਾਕਫੀਅਤ ਹੁੰਦੀ ਹੈ, ਗੀਤ ਗੁਣ ਗਾ, ਉਸ ਮਾਲਕ ਦੇ ਗੀਤ ਗਾਏ ਜਾਂਦੇ ਨੇ, ਉਹਦੇ ਗੁਣਾਂ ਨਾਲ ਸਾਂਝ ਪੈਂਦੀ ਹੈ। ਅਤੇ ਪਾਤਸ਼ਾਹ ਕਹਿੰਦੇ ਨੇ ਅੱਖਰੀ ਲਿਖਣ ਬੋਲਣ ਬਾਣ, ਉਸ ਅੱਖਰ ਦੁਆਰਾ, ਉਸ ਸ਼ਬਦ ਦੁਆਰਾ, ਉਹਨਾਂ ਗੁਣਾਂ ਦੁਆਰਾ ਹੀ ਬੋਲ ਬਾਣ, ਭਾਵ ਅੱਖਰੀ ਲਿਖਣ ਬੋਲਣ ਬਾਣ। ਲਿਖਣ ਬੋਲਣ ਬਾਣ ਦਾ ਅਰਥ ਹੈ ਇਹਦੇ ਨਾਲ ਹੀ ਮਨੁੱਖ ਦੇ ਬੋਲ ਚਾਲ, ਕਰੈਕਟਰ, ਕਿਰਦਾਰ, ਆਚਰਣ ਦੀ ਘਾਟ ਘੜੀ ਜਾਂਦੀ। ਜਿਵੇਂ ਆਪਾਂ ਆਮ ਨਹੀਂ ਬੋਲੀ 'ਚ ਇੱਕ ਸ਼ਬਦ ਬੋਲਦੇ, ਫਲਾਣੇ ਦੀ ਬੋਲ ਬਾਣੀ ਬੜੀ ਮਾੜੀ ਹੈ, ਫਲਾਣੇ ਦੀ ਬੋਲ ਬਾਣੀ ਬੜੀ ਚੰਗੀ ਹੈ, ਸ਼ਬਦ ਹੀ ਹੁੰਦਾ ਹੈ ਨਾ। ਇੱਕ ਸ਼ਬਦ ਜਦੋਂ ਬੋਲਦਾ ਤੁਹਾਡੇ ਕੰਨਾਂ 'ਚ ਅੰਮ੍ਰਿਤ ਘੋਲਦਾ ਹੈ, ਇੱਕ ਸ਼ਬਦ ਬੋਲਦਾ ਤਾਂ ਤੁਹਾਡੇ ਹਿਰਦੇ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ, ਤੁਹਾਡੇ ਅੰਦਰ ਅੱਗ ਬਾਲ ਦਿੰਦਾ। ਸ਼ਬਦ ਤੇ ਸ਼ਬਦ ਹੀ ਹੁੰਦਾ ਹੈ। ਤਾਂ ਪਾਤਸ਼ਾਹ ਇੱਥੇ ਬੜੇ ਪਿਆਰੇ ਸ਼ਬਦ ਵਰਤ ਰਹੇ ਨੇ, ਕਹਿੰਦੇ ਅੱਖਰੀ ਲਿਖਣ ਬੋਲਣ ਬਾਣ ਤੇ ਅੱਖਰਾਂ ਸਿਰ ਸੰਜੋਗ ਵਿਖਾਣ। ਇਹਨਾਂ ਅੱਖਰਾਂ ਦੁਆਰਾ ਹੀ, ਭਾਵ ਇਹਨਾਂ ਗੁਣਾਂ ਦੁਆਰਾ, ਉਸ ਮਾਲਕ ਦੀ ਸਿਫਤ ਸਲਾਹ ਦੁਆਰਾ ਹੀ, ਕਿਉਂਕਿ ਜੇ ਸਿਫਤ ਸਲਾਹ ਕਰਨੀ ਉਹ ਵੀ ਅੱਖਰਾਂ ਦੁਆਰਾ ਹੀ ਹੋਣੀ ਹੈ। ਜਦੋਂ ਆਪਾਂ ਕਿਸੇ ਦੀ ਵਡਿਆਈ ਕਰਦੇ ਹਾਂ ਉਹ ਵੀ ਅੱਖਰਾਂ ਦੁਆਰਾ ਹੁੰਦੀ ਹੈ, ਅਤੇ ਜਦੋਂ ਆਪਾਂ ਕਿਸੇ ਦੀ ਨਿਰਾਦਰੀ ਕਰਦੇ ਹਾਂ ਉਹ ਵੀ ਅੱਖਰਾਂ ਦੁਆਰਾ ਹੀ ਹੁੰਦੀ ਹੈ। ਹੁੰਦੇ ਅੱਖਰ ਹੀ ਨੇ, ਸ਼ਬਦ ਹੀ ਹੁੰਦੇ ਨੇ। ਹੁਣ ਕਹਿੰਦੇ ਅੱਖਰੀ ਲਿਖਣ ਬੋਲਣ ਬਣ ਤੇ ਅੱਖਰਾਂ ਸਿਰ ਸੰਜੋਗ ਵਿਖਾਣ, ਅੱਖਰਾਂ ਦੇ ਸਿਰ 'ਤੇ ਹੀ, ਅੱਖਰਾਂ ਦੇ ਬਲ ਬੂਤੇ 'ਤੇ ਹੀ ਕਹਿੰਦੇ ਸੰਜੋਗ ਵਿਖਾਣ, ਦੁਨੀਆ 'ਤੇ ਸੰਜੋਗ ਬਣਦਾ, ਇੱਕ ਦੂਜੇ ਨਾਲ ਸਾਂਝ ਬਣਦੀ ਹੈ। ਜਿਵੇਂ ਆਪਾਂ ਨਹੀਂ ਕਹਿੰਦੇ ਬਾਬਾ ਬੋਲੀਏ ਪਤ ਹੋਏ, ਪਰ ਪਾਤਸ਼ਾਹ ਨੇ ਆਖਿਆ ਬਾਬਾ ਬੋਲੀਏ ਪਤ ਹੋਏ, ਊਤਮ ਸੇ ਦਰ ਊਤਮ ਕਹੀਏ, ਨੀਚ ਕਰਮ ਬਹਿ ਰੋਏ, ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋਏ। ਤੋ ਗੁਰਦੇਵ ਜੀ ਨੇ ਇਹ ਸ਼ਬਦ ਬੜੇ ਪਿਆਰੇ ਵਰਤੇ। ਤੋ ਇੱਥੇ ਮਹਾਰਾਜ ਬੜੀ ਸੌਖੀ ਭਾਸ਼ਾ 'ਚ ਗੱਲ ਸਮਝਾਉਂਦੇ ਨੇ, ਕਹਿੰਦੇ ਅੱਖਰ ਜਿਹੜੇ ਨੇ, ਅੱਖਰਾਂ ਸਿਰ, ਅੱਖਰਾਂ ਦੇ ਸਿਰ 'ਤੇ, ਅੱਖਰਾਂ ਦੀ ਬਦੌਲਤ ਸੰਜੋਗ ਵਿਖਾਣ। ਸੰਜੋਗ ਦਾ ਅਰਥ ਹੁੰਦਾ ਮਿਲਣਾ, ਮਿਲਾਪ। ਅੱਖਰਾਂ ਦੁਆਰਾ ਹੀ ਸਾਡਾ ਇੱਕ ਦੂਜੇ ਨਾਲ ਮਿਲਾਪ ਹੁੰਦਾ ਹੈ, ਸਾਡੀ ਇੱਕ ਦੂਜੇ ਨਾਲ ਸਾਂਝ ਪੈਂਦੀ ਹੈ, ਇੱਕ ਦੂਜੇ ਨਾਲ ਸਾਡੀ ਨੇੜਤਾ ਬਣਦੀ ਹੈ। ਅਤੇ ਅੱਖਰ ਹੀ ਨੇ ਜਿਹੜੇ ਸਾਨੂੰ ਇੱਕ ਤੋਂ ਕਈ ਵਾਰੀ ਦੂਰ ਕਰਦੇ ਨੇ। ਕਿਸੇ ਨੇ ਕੋਈ ਸ਼ਬਦ ਬੋਲਿਆ, ਹੁਣ ਕਿਰਿਆ ਨਹੀਂ ਹੁੰਦਾ, ਪਰ ਉਹਨੇ ਫੋਨ 'ਤੇ ਉਹਨੂੰ ਕੋਈ ਦੋ ਸ਼ਬਦ ਬੋਲੇ, ਉਹ ਜ਼ਿੰਦਗੀ 'ਚ ਮੁੜ ਕੇ ਉਹਦੇ ਮੱਥੇ ਨਹੀਂ ਲੱਗਦਾ। ਹੁਣ ਸ਼ਬਦ ਉਹੀ ਸੀ, ਇੱਕ ਸ਼ਬਦ ਬੋਲੇ ਕਿਸੇ ਨੂੰ ਨੇੜੇ ਲੈ ਆਉਂਦਾ। ਉਹ ਸ਼ਬਦ ਲਿਖੇ ਦੁਆਰਾ ਵੀ ਹੋ ਸਕਦੇ ਆ, ਉਹ ਬੋਲਣ ਦੁਆਰਾ ਵੀ ਹੋ ਸਕਦੇ ਆ, ਕਿਸੇ ਤਰੀਕੇ ਨਾਲ ਵੀ ਹੋ ਸਕਦੇ ਆ। ਤਾਂ ਅੱਖਰਾਂ ਸਿਰ ਸੰਜੋਗ ਵਿਖਾਣ। ਅਤੇ ਅੱਗੇ ਪਾਤਸ਼ਾਹ ਕਹਿੰਦੇ ਜਿਨ ਇਹ ਲਿਖੇ, ਕਿਹੜੇ? ਉਸ ਮਾਲਕ ਦੀ ਸਿਫਤ ਸਲਾਹ ਵਾਲੇ ਅੱਖਰ, ਉਹਦੇ ਹੁਕਮ ਵਾਲੇ ਅੱਖਰ, ਉਹਦੀ ਰਜਾ ਵਾਲੇ ਹੁਕਮ, ਜਿਹਦੇ ਬਾਰੇ ਆਪਾਂ ਅੱਗੇ ਜਾ ਕੇ ਪੜ੍ਹਿਆ ਵੀ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ। ਹੇ ਮੇਰੇ ਮਾਲਕ ਜੀ, ਉਹ ਸਿਫਤ ਸਲਾਹ ਵਾਲੇ ਅੱਖਰ। ਪਾਤਸ਼ਾਹ ਕਹਿੰਦੇ ਜਿਹਨੇ ਆਪਣੇ ਅੰਦਰ ਉਹ ਅੱਖਰ ਲਿਖ ਲਏ, ਪਾਤਸ਼ਾਹ ਸਮਝਾਉਂਦੇ ਨੇ ਜਿਨ ਇਹ ਲਿਖੇ, ਕਿੱਥੇ ਲਿਖਣੇ ਨੇ? ਆਪਣੇ ਅੰਦਰ। ਜਿਵੇਂ ਆਪਾਂ ਆਮ ਹੀ ਗੱਲ ਕਰਦੇ, ਮੈਂ ਇਹ ਗੱਲ ਪਹਿਲਾਂ ਵੀ ਕਹਿ ਚੁੱਕਾ ਕਿ ਜਿਹੜੀ ਕਿਸਮਤ ਹੈ, ਜਿਹੜੇ ਭਾਗ ਨੇ, ਉਹ ਅਸੀਂ ਖੁਦ ਆਪਣੇ ਆਪ ਬਣਾਉਣੇ ਨੇ, ਗੁਰੂ ਦੀ ਬਾਣੀ ਪੜ੍ਹ ਕੇ, ਸਮਝ ਕੇ, ਵਿਚਾਰ ਕੇ। ਵੀ ਜਿਨ ਇਹ ਲਿਖੇ ਤਿਸ ਸਿਰ ਨਾਹੀਂ। ਜਿਸ ਬੰਦੇ ਨੇ ਆਪਣੇ ਅੰਦਰ ਇਹ ਅੱਖਰ ਲਿਖ ਲਏ, ਸਿਫਤ ਸਲਾਹ ਵਾਲੇ ਆਪਣੇ ਅੰਦਰ ਅੱਖਰ ਲਿਖਣੇ ਨੇ। ਤਾਂ ਗੁਰਦੇਵ ਨੇ ਨਾ ਬਹੁਤ ਪਿਆਰੀ ਗੱਲ ਬਾਣੀ ਵਿੱਚ ਕਹੀ ਹੈ, ਮੇਰੇ ਸਾਹਿਬਾ ਹਉ ਆਪੇ ਭਰਮ ਭੁਲਾਣੀ ਅੱਖਰ ਲਿਖੇ। ਹੁਣ ਉੱਥੇ ਵੀ ਸ਼ਬਦ ਅੱਖਰ ਲਿਖਿਆ
ਵੀ ਅੱਖਰ ਲਿਖੇ ਸਹੀ ਗਾਵਾਂ। ਅੱਖਰ ਦਾ ਅਰਥ ਕੀ ਆ? ਜਿੱਦਾਂ ਦੇ ਅੱਖਰ ਮੈਂ ਆਪਣੇ ਅੰਦਰ ਲਿਖੇ ਨੇ, ਜਿੱਦਾਂ ਦਾ ਮੈਂ ਆਪਣੀ ਸੋਚ ਨੂੰ ਬਣਾਇਆ ਹੈ, ਉਹਦੇ ਮੁਤਾਬਕ ਹੀ ਮੇਰਾ ਜੀਵਨ ਬਣਦਾ ਜਾ ਰਿਹਾ। ਮੈਂ ਕਿਸੇ ਸਿਰ ਦੋਸ਼ ਕਿੱਦਾਂ ਮੜ ਸਕਦਾ? ਹੁਣ ਤੁਸੀਂ ਮੈਂ ਕਈ ਵਾਰੀ ਗੱਲ ਕਹਿਣਾ ਹੁੰਦਾ, ਜਿਸ ਬੱਚੇ ਦੇ ਕੰਨਾਂ 'ਚ ਤੁਸੀਂ ਅੱਖਰਾਂ ਦੁਆਰਾ ਗਾਲ ਪਾਤੀ, ਇਹਦਾ ਘਰ 'ਚ ਗਾਲ ਕੱਢੀ, ਪਿਓ ਨੇ, ਚਾਚੇ ਨੇ ਗਾਲ ਕੱਢੀ, ਤਾਏ ਨੇ ਗਾਲ ਕੱਢੀ, ਬੱਚੇ ਦੇ ਕੰਨਾਂ 'ਚੋਂ ਗਾਲ ਗਈ, ਕੰਨਾਂ 'ਚ ਗਾਲ ਚਲੇਗੀ, ਜ਼ੁਬਾਨ 'ਤੇ ਉਹ ਗਾਲ ਆਏਗੀ, ਕਿਉਂਕਿ ਅੱਖਰ ਉਹਦੇ ਅੰਦਰ ਤੁਸੀਂ ਉੱਦਾਂ ਦੀ ਗੱਲ ਲਿਖ ਦਿੱਤੀ। ਹੁਣ ਜੇ ਤੁਸੀਂ ਉਹਦੇ ਅੰਦਰ ਕੋਈ ਚੰਗੇ, ਹੁਣ ਅੱਜ ਜਿਹੜੇ ਬੱਚਿਆਂ ਨੂੰ ਜੰਮਦਿਆਂ ਨੂੰ ਗਾਣੇ ਆਉਂਦੇ ਆ, ਕੰਨਾਂ ਰਾਹੀਂ ਗਾਣੇ ਗਏ ਤੇ ਯਾਦ ਆਉਂਦੇ, ਗਾਣੇ ਆਉਂਦੇ ਆ ਨਾ, ਤੇ ਜਿਨ੍ਹਾਂ ਦੇ ਲਾਗੇ ਮਾਂ ਨੇ ਬਚਪਨ ਤੋਂ ਪਾਠ ਕੀਤਾ, ਮਾਂ ਨੇ ਤਾਂ ਤਿਆਰ ਕਰੀਗੀ ਬੱਚਿਆਂ ਨੂੰ, ਨਾਲ ਪਾਠ ਕਰੇਗੀ, ਨਾਲ ਤਿਆਰ ਕਰੇਗੀ, ਪਹਿਲਾਂ 1 ਪੌੜੀ ਫਿਰ 2 ਪੌੜੀਆਂ। ਮੈਂ ਬੜੇ ਪਰਿਵਾਰ ਵੇਖੇ ਨੇ ਜਿੱਥੇ ਭੈਣਾਂ ਨੇ ਆਪਣੀਆਂ ਧੀਆਂ ਨੂੰ, ਆਪਣੇ ਪੁੱਤਰਾਂ ਨੂੰ ਪਾਠ ਕਰਨਾ ਸਿਖਾ ਦਿੱਤਾ, ਨਾਲ ਉਹ ਮਾਂ ਤਿਆਰ ਕਰੇਗੀ, ਨਾਲ ਉਹਨੇ ਇੱਦਾਂ ਅੱਗੇ ਪੜ੍ਹੀ ਗਈ, ਆ ਮੇਰੇ ਪੁੱਤਰ ਇੱਦਾਂ ਪੜ੍ਹ, ਤੋ ਬੱਚੇ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ। ਹੁਣ ਇਹ ਸ਼ਬਦ ਮਾਂ ਨੇ ਆਪਣੇ ਬੱਚੀ ਦੇ ਕੰਨਾਂ 'ਚ ਪਾਏ ਨੇ ਨਾ, ਤੇ ਜੇ ਘਰਾਂ 'ਚ ਇਹ ਸ਼ਬਦ ਪਾਏ ਨਾ ਹੋਣ ਤਾਂ ਬੱਚਾ ਸਿੱਖੇਗਾ ਕਿੱਦਾਂ? ਜਿੱਦਾਂ ਦੀ ਤੁਸੀਂ ਬੋਲ ਬਾਣੀ, ਹੁਣ ਤੁਸੀਂ ਕਿੱਦਾਂ ਦੇ ਬਣਨਾ ਚਾਹੁੰਦੇ ਹੋ, ਇਹ ਤੁਹਾਡੇ 'ਤੇ ਆਪਣੇ ਆਪ 'ਤੇ ਡਿਪੈਂਡ ਹੈ। ਵੀ ਮੈਂ ਚੰਗਾ ਬਣਨਾ ਚਾਹੁੰਦਾ, ਚੰਗੇ ਸ਼ਬਦ ਆਪਣੇ ਕੰਨਾਂ 'ਚ ਪਾਵਾਂ। ਅਤੇ ਪਾਤਸ਼ਾਹ ਦੀ ਬਾਣੀ ਕਹਿੰਦੀ ਬੰਦੇ ਦੀ ਹਾਲਤ ਇਹ ਹੈ ਵੀ ਗੰਧਣ ਵੈਣ ਸੁਣੇ ਉਰਝਾਵੇਂ, ਗੰਦੇ ਗੀਤ ਸੁਣ ਕੇ ਤੇ ਖੁਸ਼ ਹੁੰਦਾ ਹੈ। ਆਪਾਂ ਸਮਾਜ ਦੀ ਹਾਲਤ ਵੇਖੀਏ, ਅੱਜ ਗੀਤ ਤਾਂ ਕਿਸੇ ਦਾ 15 ਦਿਨ ਪਹਿਲਾਂ ਆਉਂਦਾ ਅਤੇ ਰਾਤੋਂ ਰਾਤ ਲੱਖਾਂ ਬੰਦਾ ਸੁਣ ਜਾਂਦਾ ਉਹਨੂੰ, ਅਤੇ ਸ਼ਬਦਾਂ ਵਾਲੇ ਬੰਨੇ ਸਾਡਾ ਧਿਆਨ ਹੀ ਹੈ ਨਹੀਂ। ਅਸੀਂ ਕੋਈ ਗੁਰਬਾਣੀ ਦਾ ਕੋਈ ਸ਼ਬਦ ਸਾਡੇ ਕੰਨਾਂ 'ਚ ਜਾਏਗਾ ਤੇ ਸਾਡਾ ਮਨ ਉੱਦਾਂ ਦਾ ਘੜਿਆ ਜਾਏਗਾ ਨਾ। ਬਾਣੀ 'ਚ ਲਿਖਿਆ ਗੁਰ ਕੈ ਸ਼ਬਦ ਬਣਾਵੋ ਇਹ ਮਨ। ਸ਼ਬਦ ਕੀ ਹੈ? ਅੱਖਰ, ਹੁਕਮ, ਸ਼ਬਦ, ਗਿਆਨ। ਆਪਣੇ ਮਨ ਨੂੰ ਸ਼ਬਦ ਦੁਆਰਾ ਕਰਨਾ। ਤੇ ਜੇ ਆਪਾਂ ਸਿੱਧੀ ਭਾਸ਼ਾ 'ਚ ਗੱਲ ਕਰੀਏ ਨਾ, ਤੇ ਮਨ ਵੀ ਅੱਖਰ ਹੀ ਹੈ, ਮਨ ਵੀ ਇੱਕ ਸ਼ਬਦ ਹੀ ਹੈ। ਹੁਣ ਮਨ ਕੀ ਹੈ? ਮਨ ਦਿਸਣ ਵਾਲੀ ਚੀਜ਼ ਥੋੜ੍ਹਾ ਹੈਗੀ ਹੈ। ਮਨ ਕੀ ਹੈ? ਮੇਰੇ ਅੰਦਰ ਦਾ ਵਿਚਾਰਾਂ ਦਾ ਸੰਗ੍ਰਹਿ। ਅਤੇ ਵਿਚਾਰ ਕਾਹਦੇ ਰਾਹੀਂ ਆਉਂਦੇ ਨੇ? ਜੇ ਮੈਂ ਵਿਚਾਰਾਂ ਨੂੰ ਪ੍ਰਗਟ ਕਰਾਂਗਾ ਉਹ ਵੀ ਸ਼ਬਦਾਂ ਦੁਆਰਾ ਕਰਾਂਗਾ, ਜੇ ਮੈਂ ਕਿਸੇ ਕੋਲੋਂ ਵਿਚਾਰ ਸੁਣਾਂਗਾ ਉਹ ਵੀ ਸ਼ਬਦਾਂ ਦੁਆਰਾ ਲਵਾਂਗਾ। ਤਾਂ ਇਹ ਸ਼ਬਦ ਹੀ ਨੇ ਜਿਹੜੇ ਸਾਨੂੰ ਇੱਕ ਦੂਜੇ ਨਾਲ ਜੋੜਦੇ ਨੇ, ਅਤੇ ਸ਼ਬਦ ਹੀ ਨੇ ਜਿਹੜੇ ਇੱਕ ਦੂਜੇ ਨਾਲ ਉਹ ਤੋੜਦੇ ਨੇ। ਇਹ ਡਿਪੈਂਡ ਮੇਰੇ 'ਤੇ ਹੈ ਕਿ ਮੈਂ ਸ਼ਬਦ ਕਿਹੜੇ ਸਿੱਖਣੇ ਨੇ, ਮੈਂ ਸ਼ਬਦ ਕਿੱਦਾਂ ਦਾ ਸਿੱਖਣਾ ਹੈ। ਤਾਂ ਫਿਰ ਪਾਤਸ਼ਾਹ ਦੀ ਗੱਲ ਇੱਥੇ ਸੁਣਿਓ ਧਿਆਨ ਨਾਲ, ਜਿਹੜੀ ਗੱਲ ਗੁਰਦੇਵ ਜੀ ਨੇ ਇੱਥੇ ਸ਼ਬਦ ਵਰਤੇ ਨੇ। ਕਹਿੰਦੇ ਨੇ ਜਿਨ ਇਹ ਲਿਖੇ, ਕਿੱਥੇ ਲਿਖੇ? ਇੱਥੇ। ਜਿਵੇਂ ਡਾਕਟਰੀ ਇੱਥੇ ਲਿਖੀ ਜਾਂਦੀ ਹੈ। ਹੁਣ ਡਾਕਟਰ ਦਾ ਸਰੀਰ ਵੀ ਤਾਂ ਸਾਡੇ ਵਰਗਾ ਹੀ ਹੁੰਦਾ ਨਾ, ਪਰ ਉਹਨੇ ਡਾਕਟਰੀ ਇੱਥੇ ਲਿਖੀ ਹੈ। ਕਿੰਨੇ ਸਾਲ ਲਾ ਕੇ ਇੱਥੇ ਡਾਕਟਰੀ ਲਿਖੀ ਹੈ, ਕਿੰਨਾ ਕੁਝ ਪਿਆ ਹੈ। ਡਾਕਟਰ ਨੇ 10 ਵਜੇ ਕਲੀਨਿਕ 'ਚ ਆਣ ਕੇ ਬਹਿਣਾ, 7 ਵਜੇ ਲੋਕ ਪਰਚੀਆਂ ਲੈ ਕੇ ਇੰਤਜ਼ਾਰ ਕਰ ਰਹੇ ਡਾਕਟਰ ਦਾ। ਇੱਦਾਂ ਨਬਜ਼ ਫੜਦਾ, ਚੈੱਕ ਕਰਦਾ, 3 ਅੱਖਰ ਪਾਉਂਦਾ ਹੈ ਪੇਪਰ ਦੀ ਹਿੱਕ 'ਤੇ, ਅਤੇ 200 ਰੁਪਈਆ ਉਹਨੂੰ ਮਿਲਣ ਦੀ ਫੀਸ ਹੈ। ਇੱਕ ਬੰਦਾ ਕਹਿੰਦਾ ਲੈ ਸਾਰੀ ਦਿਹਾੜੀ ਕੰਮ ਕਰੀਏ 500 ਰੁਪਈਆ ਮਿਲਦਾ, ਇਹਨੇ 2 ਮਿੰਟਾਂ 'ਚ 200। ਉਹ ਜਿਹੜਾ 200 ਰੁਪਈਆ ਉਹਨੇ ਲਿਆ ਨਾ, ਮੰਨ ਲਓ ਉਹਨੇ ਫੀਸ ਲਈ ਹੈ ਇਹਦਾ ਮਿਲਣ ਦੀ, ਮੰਨ ਲਓ ਉਹ 2 ਅੱਖਰ ਪਾਉਣ ਵਾਸਤੇ ਨਾ ਪਤਾ ਨਹੀਂ ਕਿੰਨੇ ਅੱਖਰ ਉਹਨੂੰ ਪਹਿਲਾਂ ਇੱਥੇ ਲਿਖਣੇ ਪਏ ਨੇ, ਕਿੰਨੀਆਂ ਕਿਤਾਬਾਂ ਪੜ੍ਹਨੀਆਂ ਪਈਆਂ ਨੇ। ਹੁਣ ਮੈਂ ਇੱਥੇ ਕਿਸੇ ਹੱਕ 'ਚ ਨਹੀਂ ਭੂਤ ਰਿਹਾ, ਜਾਂ ਮੈਂ ਕਿਸੇ ਦੇ ਵਿਰੋਧ 'ਚ ਵੀ ਉਹ ਡਾਕਟਰ ਨੇ ਪੈਸੇ ਵੱਧ ਲਏ ਜਾਂ ਘੱਟ ਲਏ। ਮੈਂ ਸਿਰਫ ਦੱਸ ਰਿਹਾ ਕਿ ਹੁਣ ਉਸ ਡਾਕਟਰ ਦੀ ਪੜ੍ਹਾਈ ਪਿੱਛੇ ਸਟੱਡੀ ਕਿੰਨੀ ਹੈ, ਉਹ ਕਿੰਨੀ ਵਾਰ ਨੀਂਦ ਨਾਲ ਲੜਿਆ, ਕਿੰਨੀ ਵਾਰ ਭੁੱਖ ਨਾਲ ਲੜਿਆ, ਕਿੰਨੀ ਵਾਰ ਪਿਆਸ ਨਾਲ ਲੜਿਆ, ਕਿੰਨੀ ਵਾਰ ਉਹਦੇ ਫੈਮਿਲੀ ਦੇ ਵਿੱਚ, ਉਹਦੇ ਪਰਿਵਾਰ ਦੇ ਵਿੱਚ ਵੱਡੇ ਫੰਕਸ਼ਨ ਹੋਣਗੇ ਜਿਨ੍ਹਾਂ ਨੂੰ ਉਹਨੇ ਤਿਆਗਿਆ ਹੋਊਗਾ, ਦਿਲ ਕਰਦਾ ਹੋਏਗਾ। ਬੜੀ ਵਾਰੀ ਉਹਦਾ ਖੇਡਣ ਨੂੰ ਜੀਅ ਕੀਤਾ ਹੋਏਗਾ, ਉਹਨੇ ਖੇਡ ਦਾ ਸਮਾਂ ਵੀ ਤਿਆਗਿਆ ਹੋਏਗਾ, ਅਤੇ ਦਿਨ ਰਾਤ ਮਿਹਨਤ ਕੀਤੀ ਹੈ, ਸਟੱਡੀ ਕੀਤੀ ਹੈ। ਤਾਂ ਫਿਰ ਗੱਲ ਨੂੰ ਸਮਝਿਓ। ਇੱਥੇ ਅੱਖਰ ਲਿਖੇ, ਕਹਿਣ ਲੱਗੇ ਜਿਹੜੇ ਅੱਖਰ ਉਹਨੇ ਆਪਣੇ ਅੰਦਰ ਲਿਖ ਲਏ, ਕਿੱਦਾਂ ਲਿਖੇ? ਹੁਣ ਇਹ ਅੱਖਰ ਕਿੱਦਾਂ ਦੇ ਲਿਖਣੇ ਨੇ, ਇਹ ਬੰਦੇ 'ਤੇ ਡਿਪੈਂਡ ਕਰਦਾ। ਤਾਂ ਗੁਰਦੇਵ ਜੀ ਕਹਿੰਦੇ ਨੇ ਅੱਖਰਾਂ ਸਿਰ ਸੰਜੋਗ ਵਿਖਾਣ, ਇਹਨਾਂ ਅੱਖਰਾਂ ਦੁਆਰਾ ਹੀ ਸੰਜੋਗ ਵਿਖਾਣ, ਭਾਵ ਸਾਡੀ ਇੱਕ ਦੂਜੇ ਨਾਲ ਸਾਂਝ ਬਣਦੀ ਹੈ, ਇੱਕ ਦੂਜੇ ਨਾਲ ਪਿਆਰ ਮੁਹੱਬਤ ਬਣਦਾ ਹੈ। ਤਾਂ ਪਾਤਸ਼ਾਹ ਅੱਗੇ ਕਹਿੰਦੇ ਨੇ ਜਿਨ ਇਹ ਲਿਖੇ, ਜਿਸ ਜੀਵ ਨੇ, ਜਿਸ ਵਿਅਕਤੀ ਨੇ ਇਹ ਅੱਖਰ ਆਪਣੇ ਅੰਦਰ ਲਿਖ ਲਏ, ਜਿਹਨੇ ਇਹ ਸਿੱਖਿਆ ਆਪਣੇ ਅੰਦਰ ਧਾਰਨ ਕਰ ਲਈ, ਤਿਸ ਸਿਰ ਨਾਹੀਂ, ਉਹਦੇ ਸਿਰ 'ਤੇ ਫਿਰ ਹੁਣ ਸਭ ਤੋਂ ਉੱਚਾ ਵੇਖੋ। ਹੁਣ ਸ਼ਬਦ ਕਿਹੜਾ ਪਿਆਰਾ ਵਰਤਿਆ, ਤਿਸ ਸਿਰ ਨਾਹੀਂ। ਇਹ ਤਾਂ ਸਿਰ ਸ਼ਬਦ ਕਿਉਂ ਵਰਤਿਆ? ਜਿਵੇਂ ਗਗਨ ਸ਼ਬਦ ਨਹੀਂ ਬਾਣੀ 'ਚ ਆਉਂਦਾ, ਗਗਨ ਮੈਂ ਥਾਲ। ਹੁਣ ਸਭ ਤੋਂ ਉੱਚਾ ਗਗਨ ਹੈ, ਆਕਾਸ਼ ਜਿਹਨੂੰ ਆਪਾਂ ਕਹਿੰਦੇ ਹਾਂ। ਅਤੇ ਸਾਡੀ ਬੋਡੀ 'ਚ ਸਭ ਤੋਂ ਉੱਚਾ ਕੀ ਹੈ? ਸਾਡਾ ਸਿਰ, ਜਿੱਥੇ ਦਿਮਾਗ ਆਪਾਂ ਕਹਿੰਦੇ ਹਾਂ। ਹੁਣ ਅੱਛਾ, ਸਭ ਤੋਂ ਉੱਚਾ ਦਿਮਾਗ ਹੈ, ਬਾਕੀ ਸਭ ਕੁਝ ਥੱਲੇ ਹੈ ਨਾ। ਅੱਖਾਂ ਇੱਥੇ ਲੱਗੀਆਂ ਨੇ, ਨਾਸਾਂ ਨੇ, ਹੱਥ ਨੇ। ਇਹਨਾਂ ਹੱਥਾਂ ਨੇ ਕੀ ਕਰਨਾ ਦੱਸਣਾ ਇਹਨੇ, ਅੱਖਾਂ ਨੇ ਕੀ ਵੇਖਣਾ ਦੱਸਣਾ ਇਹਨੇ, ਪੈਰਾਂ ਨੇ ਕਿੱਦਾਂ ਤੁਰਨਾ ਦੱਸਣਾ ਇਹਨੇ। ਅਤੇ ਜੇ ਇੱਥੋਂ ਹਿੱਲ ਗਿਆ ਨਾ ਬੰਦਾ, ਪਾਗਲ ਬੰਦੇ ਦੇ ਕਈ ਵਾਰੀ ਹੱਥ ਪੈਰ ਸਾਡੇ ਨਾਲੋਂ ਵੀ ਨਰੋਏ ਹੁੰਦੇ ਨੇ।
पर वो बेचारा किसी जोगा नहीं होंदा, उन्होंने कपड़े का नहीं पता, खाण का नहीं पता, पहनण का नहीं पता, पीण का नहीं पता। तो कई बंदे तुसीं जिंदगी 'च वेखणे कईयां दियां लत्तां बाਹਾਂ काम नहीं करदियां, पर ब्रेन उन्होंने एडा काम करदा कि लत्तां बाਹਾਂ ना होने के बावजूद भी कंप्यूटर चला लेंदे ने, प्लेन तक उड़ा लेंदे ने कईयां कोल, क्योंकि ब्रेन आ होएगा ना तो आ ना भी होणगियां सर जूगा। जे आ ना होया तो लत्तां बाਹਾਂ भावें तंदुरुस्त भी रहण, की कर लोगे। पागल बंदे दियां हुण पागल बंदा कई वारी आपां परिवारां 'च वेखदे भी कईयां दे शरीर तंदुरुस्त हुंदे, बिल्कुल कोई प्रॉब्लम नहीं, हत्थ पैर बिल्कुल साफ सुथरे, पर ब्रेन नहीं काम करदा। तां ही गुरुदेव ने बाणी 'च शब्द वरते सी ना, शब्द गुर पीरा गहर गंभीरा बिन शब्द है, बिना शब्द तो, बिना गुरु की सिक्ख्या तो, बिना बोध तो, बिना ज्ञान तो, बिन शब्द है जग बौरानंग, जग बौरा है। जे उहदे कोल शब्दां दा बोध नहीं हैगा ते जे उहनूं समझ नहीं हैगी, हुण तुसीं अकल दिओगे, हुण इदां तुसीं गड्डी लैके जा रहे, तुहाडी गड्डी हैगी एकदम कोई पागल बंदा आ गया, तंदुरुस्त बंदा आ गया, इदां तुसीं उहनूं की कहोगे, तू पागल है, तू मैंटल है, तू गड्डी गाड़ी आ गया, तैनूं दिसदा नहीं, इदां बोलोगे ना। वो बंदा सॉरी कहेगा, नहीं मेरा ध्यान नहीं सी जी, मैं इधर वेख रहा सी। तुहाडी गड्डी गाड़ी को मैंटल बंदा आ जाए, तुसीं उहनूं इदां बोलण लगो, पहली गल तो बिना बोलण तो तुहाडे उहदे कपड़े वेख के, उहदा पहरावा वेख के अंदाजा लग जाना तुहानूं। फिर तुसीं उहनूं कोई दबका थोड़ा मारोगे, ये कहोगे नहीं इहनूं पता ही नहीं बेचारे नूं, इहनूं थोड़ा पता भी रैड बत्ती होई है, ग्रीन बत्ती होई है, मैं रोड पार किवें करना है, उहनूं पता ही नहीं। गुरदेव जी किड्डे प्यारे शब्द इत्थे वरत रहे ने, शब्द गुर पीरा गहर गंभीरा बिन शब्द है जग बौरानंग। जे शब्द नहीं ना हैगा, सिक्ख्या नहीं ना हैगी, गुरु का ज्ञान बोध नहीं ना हैगा, जगत बौरियां वाले काम कर रहे। तो बौरे बंदे च की फर्क हुंदा आम बंदे नालों। बौरा बंदा कपड़ा पाउंदा कई वारी पुट्ठा पा लैंदा है, उहनूं खाना खाण दा नहीं पता, तुरिया फिरदा मंजिल ही कोई नहीं, इधर नूं तुर सकदा, इधर नूं तुसीं वेखिआ ना पागल बंदे शहरां च आम तुरे फिरदे ने। तो इत्थे प्यारे शब्द गुरदेव ने वरते, कहंदे जिन ये लिखे ते सिर नाहीं, जिन्हें अपनी सुरत विच ये लिख लिया, किहड़ा लिख लिया, उस मालिक की सिफत सलाह वाले अखर लिख ले, गुण चंगियाइयां, उहदे हुक्म की परिभाषा लिख ली भी किदां उहदी मैं रजा विच तुरना है। जिन ये लिखे ते सिर ना ही, उहदे सिर ते फिर ना उहदे दिमाग विच फिर वो अखर नहीं रह जाते, किहड़े भला भी वो जप तप भी करे तो चोरियां भी करे। जिहड़ियां पहलियां दो पौड़ियां हुण इत्थे नाल मिला के वेखणियां अपणियां, जिवें असंख जप, असंख भाव, असंख पूजा, असंख तप ताओ, असंख ग्रंथ मुख वेद पाठ, असंख जोग मन रहें उदास, असंख भगत गुण ज्ञान विचार, असंख सती असंख दातार। हुण जिहड़े असंख सती सी, दातार सी, असंख भगत गुण ज्ञान विचार सी, ते दूजे बन्ने किहड़े सी, असंख मूर्खंध घोर, असंख चोर हराम खोर, असंख गाल वढात्या कमाहे, असंख पापी पाप कर जाए। फिर उहदे दिमाग 'च आ अखर नहीं रह जाते कि मैं जप तप भी करी जावां ते हत्या भी कमाई जावां, मैं ग्रंथां दा पाठ भी करी जावां ते मेरे अंदरों मूर्खपुरा भी ना जावे। जानी कि उहदे दिमाग 'चों फिर वो पहले अखर खत्म हो जाते आ ते आ सिफत सलाह वाले चंगियाई वाले ये नवें अखर जन्म लै लैंदे आ। जिवें टीचर दे कोल जदों स्टूडेंट नूं माँ बाप लैके जाते, वो कहंदे ने सिखाओ जी, किदां सिखाउंदे आ, इदां जो टीचर पढ़ाउंदा कन्नां राहीं वो शब्द उहदे अंदर जाते आ, उहदी शख्सियत कढदे। इदां समझो एक पत्थर है, कारीगर शैणी थौड़ी लैके उस पत्थर विच कोई बड़ी प्यारी जी कोमल जी मूर्ति कढ़दा है। पत्थर नूं लोग वेख के इन्ने प्रभावित नहीं हुंदे, पर जदों उस पत्थर नूं तराश के उहदे विचों मूर्ति कढ़दा ना, ऐ रंग रूंग करदा, जदों उहनूं ऐ सोहणे डिजाइन बनाउंदा ते आम बंदा वेख के प्रभावित हो जाता भी किड्डी कमाल की मूर्ति। आपां कई वारी वेखदे ने कई निक्के निक्के पत्थरां चों तराश तराश के लकड़ नहीं आपां वेखदे, लकड़ दा फट्टा ही हुंदा, जदों उत्ते कढ़ाई करदा फुੱਲ बूटे पाउंदा ते आपां दरवाजे वेख के कहने किन्नी सोहणी। हुण उहने उहदे विच्चों कढिया सारा कुछ, लकड़ दे विच असीं उहने क्रॉस तराश के इहदा कढ़ाई कीती, लकड़ दे विच्चों ही वाधू फालतू लकड़ कढी गया, उहदे विच्चों फुੱਲ बूटे सोहणियां मीनाकारी कर दित्ती उहने। तो इदां ही गुरु ने भी शब्द की शैणी ते हथौड़ी लैके आ बेजान पत्थरां दे विचों सोहणियां मूर्तियां कढियां, सोहणे जीवन वाले जीवन पैदा कीते। शब्द की थौड़ी ते शैणी लैके तां तराशिया सोहणे, इहदे विचों ही वधिया इंसान पैदा कीते, जिन्हां वल वेख के लोकां ने कहा भाई आ देवते ने। हुण दो किस्म के देवते हुंदे, एक देवते जिहड़े जिन्हां दीयां मूर्तियां बना के लकड़ दियां पत्थर दियां लोग मत्थे टेकदे सी ते टकाउंदे सी इत्थों दे लोग, जिन्हों बाणी आंदी सी देवी देवा मूल है माया। ये देवी देवतियां दा मेन कारण पैसा कमाउणा सी, भी लोग कहंदे सी भी आ भगवान है, तो लोग मत्थे टेकदे सी उत्थे आण के, वो टकाउण वाले टकाउंदे सी। पर एक देवते गुरबाणी ने पैदा कीते, जिन्हां बारे बाणी च लिखिआ बलिहारी गुरे अपने दिओहाड़ी सदवार जिन मानस ते देवते किए। जदों चंगे इंसान, जदों भाई तारू सिंह वर्गे गुरु के सिख ने एक मुसलमान
ਮਾਛੀ ਦੀ ਬੇਟੀ ਨੂੰ ਜਦੋਂ ਛਡਾ ਕੇ ਲੈਂਦਾ, ਰਾਜ ਵੀ ਮੁਸਲਮਾਨਾਂ ਦਾ ਸੀ, ਅਤੇ ਉਸ ਬਾਪ ਨੂੰ ਪੁੱਛ ਕੇ ਵੇਖੋ ਜਿਹਨੇ ਆਖਿਆ ਹੋਏਗਾ ਵੀ ਭਾਈ ਤਾਰੂ ਸਿਆਂ ਉਹ ਤੁਹਾਡੇ ਵਰਗੇ ਦੇਵਤੇ ਹਰ ਮਾਂ ਦੀ ਕੁੱਖ ਤੋਂ ਜਨਮ ਲੈਣ। ਭਾਈ ਤਾਰੂ ਸਿੰਘ ਦਾ ਕਿਤੇ ਬੁੱਤ ਥੋੜ੍ਹਾ ਲੱਗਾ ਸੀ ਕਿਸੇ ਮੰਦਿਰ 'ਚ। ਇਹ ਉਹ ਦੇਵਤੇ ਸੀ ਜਿਨ੍ਹਾਂ ਨੇ ਬਾਹਰੋਂ ਜਾਂਦੇ ਹਮਲਾਵਰ ਜਦੋਂ ਇੱਥੋਂ ਦੀਆਂ ਧੀਆਂ ਨੂੰ ਬੰਦੀ ਬਣਾ ਕੇ ਖੜਦੇ ਸੀ, ਛਡਾ ਕੇ ਘਰੋਂ ਘਰੀ ਪਹੁੰਚਾਉਂਦੇ ਹੋਣਗੇ ਸਿੱਖ, ਉਹ ਕੀ ਕਹਿੰਦੀਆਂ ਹੋਣਗੀਆਂ ਮਾਵਾਂ ਵੀ ਤੁਹਾਡੇ ਵਰਗੇ ਗੁਰੂ ਕੇ ਸਿੱਖ ਦੇਵਤੇ ਹਰ ਮਾਂ ਦੀ ਕੁੱਖ ਤੋਂ ਜਨਮ। ਇਹ ਕਿਹੜੇ ਦੇਵਤੇ ਸੀ? ਬਾਸ਼ਰਤ ਵੀ ਇਹਨਾਂ ਦੀਆਂ ਮੂਰਤੀਆਂ ਕਿਸੇ ਮੰਦਿਰ 'ਚ ਨਹੀਂ ਸੀ ਲੱਗੀਆਂ, ਇਹ ਤੁਰਦੇ ਫਿਰਦੇ ਦੇਵਤੇ ਸੀ। ਤੁਰਦੇ ਫਿਰਦੇ ਦੇਵਤੇ ਗੁਰੂ ਦੀ ਬਾਣੀ ਨੇ ਬਣਾਏ ਨੇ। ਕਿਹਨਾਂ ਨੇ? ਜਿਨ੍ਹਾਂ ਨੇ ਆਪਣੀ ਸੁਰਤ ਵਿੱਚ ਇਹ ਸਿਫਤ ਸਲਾਹ ਵਾਲੇ ਅੱਖਰ ਲਿਖ ਲਏ। ਜਿਨ ਇਹ ਲਿਖੇ ਤਿਸ ਸਿਰ ਨਾਹੀਂ, ਜਿਹਨੇ ਆਪਣੇ, ਹੁਣ ਵੇਖੋ ਅੱਖਰ ਅੱਖਰੀ ਨੇ, ਜਿਹਨੇ ਆਪਣੇ ਅੰਦਰ ਚੰਗਿਆਈ ਵਾਲੇ, ਪਹਿਲਾਂ ਬੰਦੇ ਅੰਦਰ ਬੇਈਮਾਨੀ ਵਾਲੇ ਅੱਖਰ ਨੇ। ਇੱਦਾਂ ਬੰਦਾ ਬੇਈਮਾਨੀ ਕਰਦਾ, ਠੱਗੀ ਮਾਰਦਾ, ਉਹ ਅੱਖਰ ਪਏ ਹੋਏ ਨੇ। ਚੋਰੀ ਵਾਲੇ ਅੱਖਰ ਪਏ ਹੋਏ ਨੇ ਵੀ ਮੈਂ ਚੋਰੀ ਕਰਨੀ ਹੈ, ਠੱਗੀ ਕਰਨੀ ਹੈ। ਜਦੋਂ ਇਮਾਨਦਾਰੀ ਵਾਲੇ ਅੱਖਰ ਲਿਖ ਲਏ ਫਿਰ ਚੋਰੀ ਵਾਲੇ ਅੱਖਰ ਪਾਸੇ ਹੋ ਗਏ। ਖਤਰਨਾਕ ਉੱਥੇ ਜਿੱਥੇ ਚੋਰੀ ਵਾਲਾ ਅੱਖਰ ਵੀ ਪਿਆ ਅਤੇ ਬੇਈਮਾਨੀ ਇਮਾਨਦਾਰੀ ਵਾਲਾ ਅੱਖਰ ਵੀ ਪਿਆ। ਵੀ ਇਮਾਨਦਾਰੀ ਵਕਤੀ ਤੌਰ 'ਤੇ ਕਰ ਲਓ, ਇੱਦਾਂ ਦਾਨ ਪੁੰਨ ਕਰ ਲਓ, ਇੱਧਰੋਂ ਚੋਰੀ ਕਰ ਲਓ। ਮਾਰੇ ਕਹਿੰਦੇ ਨਹੀਂ, ਇੱਕ ਕੰਮ ਕਰ ਲਾ ਵੀ ਜੇ ਤੂੰ ਲਿਖਣ ਲੱਗਾ ਨਾ ਹੁਣ ਸਿਫਤ ਸਲਾਹ ਵਾਲੇ ਅੱਖਰ ਆਪਣੇ ਅੰਦਰ ਲਿਖ ਕੇ, ਅਤੇ ਜਿਹੜੇ ਚੋਰੀ ਬੇਈਮਾਨੀ ਗਲਵੱਡ ਹੱਤਿਆ ਕਮਾਏ ਵਾਲੇ ਅੱਖਰ ਆ ਨਾ, ਉਹਨਾਂ ਨੂੰ ਫਿਰ ਅੰਦਰ ਜਗ੍ਹਾ ਨਹੀਂ ਮਿਲਣੀ, ਕਿਉਂਕਿ ਵਸਤੂ ਅੰਦਰ ਵਸਤੂ ਸਮਾਵੇ। ਦੂਜੀ ਹੋਵੇ ਪਾਸ ਕਿਸੇ ਬਰਤਨ 'ਚ ਕੋਈ ਤੁਸੀਂ ਵਸਤੂ ਪਾਉਣੀ ਹੈ ਅਤੇ ਤੁਹਾਨੂੰ ਬਰਤਨ ਖਾਲੀ ਕਰਨਾ ਪੈਣਾ। ਹੁਣ ਤੁਸੀਂ ਮੰਨ ਲਓ ਕਿਸੇ ਬਰਤਨ ਵਿੱਚ ਪਾਣੀ ਪਿਆ, ਤੁਸੀਂ ਉਹਦੇ ਵਿੱਚ ਦੁੱਧ ਪਾਉਣਾ ਹੈ। ਇੱਦਾਂ ਬਰਤਨ ਅੱਧਾ ਪਾਣੀ ਨਾਲ ਭਰਿਆ, ਤੁਸੀਂ ਮੰਨ ਲਓ 3 ਲੀਟਰ ਦਾ ਬਰਤਨ ਹੈ, ਉਹਦੇ 'ਚ 1.5 ਲੀਟਰ ਪਾਣੀ ਪਿਆ। ਤੁਸੀਂ ਕਿਸੇ ਨੂੰ ਕਹਿੰਦੇ 'ਚ ਪਾਣੀ ਦੁੱਧ ਪਾ ਦੇ, ਉਹ ਕਹਿੰਦਾ ਭਾਈ ਇਹਨੂੰ ਡੋਲ, ਮੈਂ ਇਹਦੇ ਵਿੱਚ ਦੁੱਧ ਪਾ ਦਿੰਦਾ। ਤੁਸੀਂ ਜਿੱਦ ਕਰਦੇ ਹੋ ਵੀ ਇੱਦਾਂ ਹੀ ਪਾ ਦਿਓ, ਪਾ ਦੇਵੇਗਾ। ਹੁਣ 1.5 ਲੀਟਰ ਪਾਣੀ ਹੈ, 1.5 ਵਿੱਚ ਲੀਟਰ ਉਹਦੇ ਦੁੱਧ ਪਾ ਤਾ, ਉਹ ਨਾ ਹੁਣ ਦੁੱਧ ਰਿਹਾ ਅਤੇ ਨਾ ਉਹ ਪਾਣੀ ਰਿਹਾ, ਬਣ ਗਈ ਕੱਚੀ ਲੱਸੀ। ਇੱਦਾਂ ਹੀ ਬੰਦੇ ਦੇ ਅੰਦਰ ਪਹਿਲੇ ਖਿਆਲ ਮਨਮਤ ਵਾਲੇ ਵੀ ਪਏ ਨੇ। ਉਹ ਜਦੋਂ ਭਾਈ ਮੰਝ ਨੂੰ ਆਖਿਆ ਸੀ ਭਾਈ ਮੰਝ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ, ਉਹਦਾ ਮਤਲਬ ਕੀ ਸੀ? ਵੀ ਤੇਰੇ ਅੰਦਰ ਪਹਿਲੇ ਖਿਆਲ ਵੀ ਟਿਕੇ ਹੋਏ ਨੇ ਅਤੇ ਤੂੰ ਆ ਵੀ ਖਿਆਲ ਨਾਲ ਲੈ ਕੇ ਜਾਣੇ ਨੇ। ਉਹ ਗੱਲ ਕਿਸੇ ਬੰਨੇ ਵੀ ਨਹੀਂ ਲੱਗਣੀ। ਉਹ ਸਿੱਖੀ ਉੱਤੇ ਸਿੱਖੀ ਟਿਕਣ ਦਾ ਅਰਥ ਹੀ ਇਹ ਸੀ ਕਿ ਆਪਣੇ ਅੰਦਰੋਂ ਪਹਿਲੇ ਵਿਚਾਰ, ਪਹਿਲੇ ਅੱਖਰ ਪਾਸੇ ਕਰਕੇ ਆ, ਤਾਂ ਕਿ ਮੈਂ ਤੇਰੇ ਅੰਦਰ ਸਿਫਤ ਸਲਾਹ ਵਾਲੇ ਅੱਖਰ ਟਿਕਾ ਸਕਾਂ। ਜਿਹਨੇ ਇਹ ਲਿਖੇ, ਜਿਹਨੇ ਆਪਣੇ ਅੰਦਰ ਸਿਫਤ ਸਲਾਹ ਵਾਲੇ ਇਹ ਅੱਖਰ, ਸੋਹਣੇ ਅੱਖਰ, ਖੂਬਸੂਰਤ ਅੱਖਰ, ਕਿਉਂਕਿ ਅੱਖਰ ਹੀ ਹੁੰਦੇ, ਅੱਖਰਾਂ ਨਾਲ ਹੀ ਸਾਡਾ ਜੋੜ ਬਣਦਾ ਅਤੇ ਅੱਖਰਾਂ ਨਾਲ ਹੀ ਸਾਡੀ ਤੋੜ ਵਿਛੋੜੀ ਹੁੰਦੀ ਹੈ। ਇਹ ਹੁਣ ਡਿਪੈਂਡ ਮੇਰੇ 'ਤੇ ਆ, ਮੈਂ ਕਿਹੜੇ ਅੱਖਰ ਆਪਣੇ ਅੰਦਰ ਲਿਖਣੇ। ਜਿਨ ਇਹ ਲਿਖੇ, ਮਹਾਰਾਜ ਕਹਿੰਦੇ ਤਿਸ ਸਿਰ ਨਾਹੀਂ ਅਤੇ ਜਿਮ ਫਰਮਾਏ ਤਿਵ ਤੇ ਪਾਹੇ। ਫਿਰ ਜਿਹਦੇ ਅੰਦਰ ਸਿਫਤ ਸਲਾਹ ਵਾਲੇ ਅੱਖਰ ਲਿਖੇ ਗਏ ਨਾ, ਫਿਰ ਜਦੋਂ ਉਹ ਅੱਖਰ ਜਿਵੇਂ ਜਿਵੇਂ ਸਾਨੂੰ ਫਰਮਾਉਂਦੇ ਨੇ, ਜਿਵੇਂ ਜਿਵੇਂ ਸਾਨੂੰ ਤੋਰਦੇ ਨੇ, ਜਿਵੇਂ ਜਿਮ ਫਰਮਾਏ ਤਿਵ ਤੇ ਪਾਹੇ, ਫਿਰ ਅਸੀਂ ਉੱਦਾਂ ਦਾ ਰੁਤਬਾ ਪਾਉਂਦੇ ਹਾਂ। ਫਿਰ ਅਸੀਂ ਉੱਦਾਂ ਦਾ ਹੀ ਸੰਸਾਰ 'ਤੇ ਕੰਮ ਕਰਦੇ। ਤਾਂ ਆਖਿਆ ਸੀ ਨਾ, ਮੇਰੇ ਸਾਹਿਬਾ ਹੋਂ ਆਪੇ ਭਰਮ ਭੁਲਾਣੀ, ਮੈਂ ਕਿਸੇ ਸਿਰ ਦੋਸ਼ ਥੋੜ੍ਹਾ ਦੇ ਸਕਦੀ ਹਾਂ। ਅੱਖਰ ਲਿਖੇ, ਮੈਂ ਜਿੱਦਾਂ ਦੇ ਅੱਖਰ ਇੱਥੇ ਲਿਖੇ ਨੇ ਸਹੀ ਗਾਵਾਂ, ਉੱਦਾਂ ਦਾ ਹੀ ਮੈਂ ਕੰਮ ਕਰੀ ਜਾਂਦਾ ਵਾਂ। ਅਵਰ ਨਾ ਜਾਣਾ ਬਾਣੀ, ਮੈਨੂੰ ਹੋਰ ਤੇ ਬਾਣੀ ਮੈਨੂੰ ਹੋਰ ਘਾੜਤ ਘੜਨੀ ਆਉਂਦੀ ਨਹੀਂ ਆ, ਹੋਰ ਮੇਰੀ ਕੋਈ ਬਣਤਰ ਹੈ ਹੀ ਨਹੀਂ ਆ। ਜਿੱਦਾਂ ਦੇ ਮੈਂ ਅੰਦਰ ਅੱਖਰ ਲਿਖੇ ਉੱਦਾਂ ਦੇ ਮੈਂ ਕੰਮ ਕਰੀ ਜਾਂਦਾ। ਤੋ ਪਾਤਸ਼ਾਹ ਇੱਥੇ ਗੱਲ ਸਮਝਾਉਂਦੇ ਨੇ, ਜਿਮ ਫਰਮਾਏ ਤਿਵ ਪਾਹੇ। ਫਿਰ ਜਦੋਂ ਅੰਦਰ ਅੱਖਰ ਸ਼ਬਦ ਗਿਆਨ ਵਾਲੇ ਲਿਖੇ ਗਏ, ਫਿਰ ਜਿੱਦਾਂ ਉਹ ਤੋੜਦਾ, ਜਿਵੇਂ ਅੰਦਰੋਂ ਫਿਰ ਉਹ ਸਾਨੂੰ ਅੰਦਰੋਂ ਹੁਕਮ ਹੁੰਦਾ ਹੈ ਕਿਹਦਾ? ਜਿਹੜੇ ਸਾਡੇ ਅੰਦਰ ਸਿਫਤ ਸਲਾਹ ਵਾਲੇ ਅੱਖਰ, ਜਿਹਦੇ ਨਾਲ ਸਾਡੀ ਮੱਤ ਘੜੀ ਗਈ, ਸੁਰਤ ਘੜੀ ਗਈ, ਬੁੱਧ ਘੜੀ ਗਈ, ਸੋਚ ਘੜੀ ਗਈ। ਜਿਵੇਂ ਸੁਣਿਆ ਸੁਰਤ ਹੋਵੇ, ਪਿਛਲੀ ਗੱਲ ਨਾਲ ਜੋੜ ਕੇ ਸੁਣਿਆ ਸੁਰਤ ਹੋਵੇ, ਮਨ ਬੁੱਧ, ਅਤੇ ਸੁਣਿਆ ਸਗਲ ਭਵਨ ਕੀ ਸੁਧ। ਸੁਣਿਆ, ਇਹ ਜਿਹੜੀ ਗੱਲ ਕਿੰਨੇ ਪਿਆਰੇ ਸ਼ਬਦ ਵਰਤੇ ਨੇ ਵੀ ਇਹਦੇ ਨਾਲ ਸਾਡੀ ਸੁਰਤ ਉੱਚੀ ਹੋ ਜਾਏਗੀ, ਗਿਆਨ ਦੇ ਨਾਲ ਸਾਂਝ ਪੈ ਜਾਏਗੀ, ਸਾਡੀ ਸੋਚ ਸਾਡੀ ਚੰਗੀ ਬਣ ਜਾਏਗੀ। ਪਾਤਸ਼ਾਹ ਤੇ ਬਹੁਤ ਪਿਆਰੇ ਤਰੀਕੇ ਨਾਲ ਸਮਝਾਉਂਦੇ ਨੇ। ਗੁਰਦੇਵ ਜੀ ਇਹ ਸਾਡੀ ਝੋਲੀ ਵਿੱਚ ਦਾਤ ਪਾਉਂਦੇ ਨੇ ਵੀ ਅੱਖਰਾਂ ਸਿਰ ਸੰਜੋਗ ਵਿਖਾਣ, ਜਿਨ ਇਹ ਲਿਖੇ ਤੇ ਸਿਰ ਨਾਹੀਂ, ਜਿਮ ਫਰਮਾਏ ਤਿਵ ਪਾਹੇ। ਕਿਤੇ ਜੇਤਾ ਕੀਤਾ ਤੇਤਾ ਨਾ। ਫਿਰ ਜਦੋਂ ਅੱਖਰ ਅੰਦਰ ਸ਼ਬਦ ਅੰਦਰ ਗਿਆਨ, ਸੋਝੀ, ਬੋਧ ਪ੍ਰਾਪਤ ਹੋ ਗਿਆ, ਜਦੋਂ ਅੰਦਰ ਉਸ ਮਾਲਕ ਦਾ ਸ਼ਬਦ ਟਿਕ ਗਿਆ, ਜਿਵੇਂ ਬਾਬੇ ਫਰੀਦ ਜੀ ਨੇ ਸ਼ਬਦ ਨਹੀਂ ਸੀ ਵਰਤਿਆ ਵੀ ਜਦੋਂ ਇੱਦਾਂ ਇੱਕ ਭੈਣ ਦੂਜੀ ਭੈਣ ਨੂੰ ਪੁੱਛਦੀ ਹੈ, ਭੈਣੇ ਮੈਨੂੰ ਇਹ ਦੱਸ ਵੀ ਮੈਂ ਸਹੁਰੇ ਘਰ ਚੱਲੀ ਹਾਂ, ਮੇਰਾ ਸਹੁਰੇ ਘਰ 'ਚ ਇੱਜ਼ਤ ਸਤਿਕਾਰ ਬਣਿਆ ਰਹੇ, ਮੈਂ ਬਹੁਤ ਸੋਹਣੇ ਤਰੀਕੇ ਨਾਲ ਜੀਵਨ ਜੂ ਸਕਾਂ, ਉਹ ਕਿਹੜਾ ਮੰਤਰ ਆ, ਕਿਹੜਾ ਅੱਖਰ ਵਾ, ਕੀ ਕਰਾਂ? ਕਵਣ ਸੋ ਅੱਖਰ, ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ। ਮੈਂ ਕਿਹੜਾ ਵੇਸ ਕਰਾਂ, ਕਿਹੜਾ ਸ਼ਿੰਗਾਰ ਕਰਾਂ, ਜਿਤ ਵਸ ਆਵਈ ਕੰਤ। ਅਤੇ ਫਿਰ ਕਿਹੜਾ ਪਿਆਰਾ ਜਵਾਬ ਦਿੱਤਾ ਸੀ, ਕਹਿੰਦੇ ਨਿਵਣ ਸੋ ਅੱਖਰ। ਉੱਥੇ ਵੀ ਅੱਖਰ ਸ਼ਬਦ ਵਰਤਿਆ, ਨਿਮਰਤਾ ਅੱਖਰ ਹੈ, ਨਿਵਣ ਸੋ ਅੱਖਰ। ਹੁਣ ਨਿਮਰਤਾ ਕੀ ਹੁੰਦੀ ਭਲਾ? ਭਾਵ ਆਪਣੇ 'ਚ ਸਹਿਜ ਲੈ ਕੇ ਆਈ, ਨਿਮਰਤਾ ਲੈ ਕੇ ਆਈ। ਹੁਣ ਇਹ ਇਕੱਲਾ ਔਰਤ ਵਾਸਤੇ ਨਹੀਂ ਵੀ ਔਰਤ ਸਹਿਜ ਰੱਖੇ ਅਤੇ ਬੰਦਾ ਚੁੱਕ ਕੇ
ਬਰਤਨ ਮਾਰੇ, ਨਹੀਂ ਨਹੀਂ, ਇਹ ਦੋਵਾਂ ਵਾਸਤੇ ਬਰਾਬਰ ਆ ਵੀ ਜੇ ਔਰਤ ਵਿੱਚ ਸਹਿਜ ਆ ਤੇ ਮਰਦ ਵਿੱਚ ਵੀ ਸਹਿਜ ਹੋਵੇ, ਦੋਵਾਂ 'ਚ ਸਹਿਜ ਹੋਏਗਾ। ਅੱਛਾ, ਜਦੋਂ ਪਰਿਵਾਰ 'ਚ ਇਹ ਗੁਣ ਆ ਗਿਆ ਤੇ ਸਮਾਜ ਪਰਿਵਾਰ ਤੋਂ ਹੀ ਬਣਨਾ। ਜਿਹਦੇ ਪਰਿਵਾਰ 'ਚ ਇਹ ਗੁਣ ਆ ਤੇ ਅੱਗੇ ਫਿਰ ਸਮਾਜ 'ਚ ਆਪਣੇ ਆਪ ਗੁਣ ਆਏਗਾ। ਨਿਮਣ ਸੋ ਅੱਖਰ ਤੇ ਖਮਣ ਦਾ ਅਰਥ ਕੀ ਹੁੰਦਾ ਵੀ ਕਿਸੇ ਨੂੰ ਖਿਮਾ ਕਰ ਦੇਣਾ, ਕਿਸੇ ਦੀ ਗਲਤੀ ਨੂੰ। ਹੁਣ ਪਰਿਵਾਰਾਂ 'ਚ ਕਈ ਵਾਰੀ ਨਾ ਕਿਸੇ ਵੱਡੇ ਭਰਾ ਕੋਲੋਂ ਛੋਟੇ ਭਰਾ ਕੋਲੋਂ ਗਲਤੀ ਹੋ ਜੀ, ਗਲਤੀਆਂ ਹੁੰਦੀਆਂ ਨੇ, ਇਨਸਾਨ ਗਲਤੀਆਂ ਦਾ ਪੁਤਲਾ। ਉਸ ਗਲਤੀ ਹੋਈ, ਅਗਲੇ ਨੇ ਖਿਮਾ ਮੰਗੀ, ਬਸ ਭੁੱਲ ਗਿਆ। ਤੁਸੀਂ ਉਸ ਗਲਤੀ ਨੂੰ ਚਿੱਥੀ ਜਾਓ, ਉਹਨੂੰ ਬਾਰ-ਬਾਰ ਦੁਹਰਾਈ ਜਾਓ ਵੀ ਖਿਮਾ ਕਰਨ ਵਾਲਾ ਗੁਣ, ਖਿਮਾ ਕਰ ਦੇਣਾ ਕਿਸੇ ਨੂੰ ਵੀ ਕੋਈ ਗੱਲ ਨਹੀਂ, ਮੇਰੇ ਕੋਲ ਵੀ ਹੋ ਸਕਦੀ ਹੈ। ਨਿਮਣ ਸੋ ਅੱਖਰ ਖਮਣ ਗੁਣ, ਮਾफ़ ਕਰ ਦੇਣਾ ਕਿਸੇ ਨੂੰ। ਜੇਬਾਂ ਮਣੀਆਂ ਮੰਤ ਭਾਵ ਜ਼ੁਬਾਨ ਮਿੱਠਾ ਬੋਲੇ। ਹੁਣ ਜ਼ੁਬਾਨ ਨੇ ਵੀ ਸ਼ਬਦ ਹੀ ਬੋਲਣਾ ਹੈ ਨਾ, ਜ਼ੁਬਾਨ ਨੇ ਵੀ ਉਹ ਬੋਲਣਾ ਜੋ ਪਿੱਛੋਂ ਬ੍ਰੇਨ ਨੇ ਕੱਢ ਕੇ ਦੇਣਾ। ਨਿਮਣ ਸੋ ਅੱਖਰ ਖਮਣ ਗੁਣ ਜੇਬਾਂ ਮਣੀਆਂ ਮੰਤ। ਪਾਤਸ਼ਾਹ ਕਹਿੰਦੇ ਇਹ ਤ੍ਰੈ ਭੈਣੇ ਵੇਸ ਕਰ, ਆਹ ਵੇਸ ਕਰ ਲਾ ਤਾਂ ਵਸ ਆਵਈ ਕੰਤ। ਨਾਲੇ ਤੂੰ ਸੱਚ ਰੂਪੀ ਕੰਤ ਨੂੰ ਭਾ ਜਾਏਂਗੀ ਤੇ ਨਾਲੇ ਦੁਨਿਆਵੀ ਕੰਤ ਨੂੰ ਭਾ ਜਾਏਂਗੀ। ਕੰਤ ਔਰਤ ਨੂੰ ਭਾ ਜਾਏਗਾ, ਜਾਨੀ ਕਿ ਪਰਿਵਾਰ ਖੂਬਸੂਰਤ ਬਣ ਜਾਏ। ਅੱਜ ਪਰਿਵਾਰਾਂ 'ਚ ਤਰੇੜਾਂ ਆਉਣ ਦੀ ਸਭ ਤੋਂ ਵੱਡੀ ਵਜ੍ਹਾ ਪਤਾ ਕੀ ਹੈ? ਤਨ ਦੇ ਸ਼ਿੰਗਾਰ 'ਤੇ ਲੱਖਾਂ ਰੁਪਈਆ ਲੱਗਦਾ ਨਹੀਂ। ਕਈਆਂ ਜਿਹੜੇ ਬੰਦੇ ਆਪਣੇ ਤਨ ਦੇ ਸ਼ਿੰਗਾਰ 'ਤੇ ਕਿੰਨਾ ਖਰਚਾ ਕਰਦੇ, ਕਿੰਨੇ ਪੈਸੇ ਲਾਉਣੇ ਪੈਂਦੇ, ਭਾਵੇਂ ਉਹ ਬੀਬੀ ਹੈ ਅਤੇ ਭਾਵੇਂ ਮਰਦ ਆ, ਕਿੰਨਾ ਖਰਚਾ ਕਰਦਾ। ਅਤੇ ਮਨ ਦੇ ਸ਼ਿੰਗਾਰ ਵਾਲੇ ਬੰਨੇ ਸਾਡਾ ਧਿਆਨ ਹੈ ਹੀ ਨਹੀਂ। ਤਨ ਦੇ ਸ਼ਿੰਗਾਰ ਨਾਲ ਘਰ ਨਹੀਂ ਵਸਣਾ, ਮਨ ਦੇ ਸ਼ਿੰਗਾਰ ਦੇ ਨਾਲ ਘਰ ਵਸਣਾ। ਤਾਂ ਫਿਰ ਜਦੋਂ ਮਨ ਖੂਬਸੂਰਤ ਹੋਏਗਾ ਨਾ, ਤਨ ਭਾਵੇਂ ਬੇਢੰਗਾ ਵੀ ਹੋ ਗਿਆ ਤੇ ਚੱਲ ਜਾਣਾ। ਤਾਂ ਮਨ ਨੂੰ ਖੂਬਸੂਰਤ ਬਣਾਈਏ। ਪਾਤਸ਼ਾਹ ਤੇ ਗੱਲ ਸਮਝਾਉਂਦੇ ਨੇ, ਕਹਿੰਦੇ ਜੇਤਾ ਕੀਤਾ ਤੇਤਾ ਨਾਉ। ਫਿਰ ਸਮਝ ਆ ਗਈ ਵੀ ਜੇਤਾ ਕੀਤਾ, ਜੋ ਕੁਝ ਉਹਦਾ ਪਸਾਰਾ ਹੈ, ਤੇਤਾ ਨਾਉ ਸਭ ਨਾਮ ਹੈ। ਨਾਮ ਕੀ ਹੈ? ਸੱਚ, ਉਹਦਾ ਆਪਣਾ ਪਸਾਰਾ ਹੈ, ਉਹਦੀ ਆਪਣੀ ਇੱਕ ਰਚਨਾ ਹੈ। ਕਹਿਣ ਲੱਗੇ ਜੇਤਾ ਕੀਤਾ ਤੇਤਾ ਨਾਉ ਤੇ ਵਿਣ ਨਾਮ ਹੈ, ਨਾ ਹੀ ਕੋ ਥਾਉ। ਕੋਈ ਜਗ੍ਹਾ ਹੈ ਹੀ ਨਹੀਂ ਜਿੱਥੇ ਉਹ ਆਪ ਨਹੀਂ ਹੈਗਾ, ਕਿਉਂਕਿ ਨਾਮ ਕੇ ਧਾਰੇ ਸਗਲੇ ਜੰਤ। ਉਹ ਆਪ, ਕਿਉਂਕਿ ਆਤ ਸੱਚ ਜੁਗਾਦ ਸੱਚ ਆ, ਉਹ ਆਪ ਵਿਆਪਕ ਹੈ। ਉਹਦਾ ਨਾਮ ਵੀ ਵਿਆਪਕ ਹੈ, ਉਹਦਾ ਸੱਚ ਵੀ ਵਿਆਪਕ ਹੈ, ਆਪ ਵੀ ਵਿਆਪਕ ਹੈ। ਤੋ ਕਿਹੜੇ ਪਿਆਰੇ ਸ਼ਬਦ ਵਰਤੇ। ਕਹਿਣ ਲੱਗੇ ਜੇਤਾ ਕੀਤਾ ਤੇਤਾ ਨਾਉ, ਜੋ ਕੁਝ ਪੈਦਾ ਕੀਤਾ ਕਹਿਣ ਲੱਗੇ ਉੱਥੇ ਉਹ ਆਪ ਬੈਠਾ ਹੋਇਆ। ਜੇਤਾ ਕੀਤਾ ਤੇਤਾ ਨਾਉ ਤੇ ਵਿਣ ਨਾਮ ਹੈ, ਨਾ ਹੀ ਕੋ ਥਾਉ। ਪਾਤਸ਼ਾਹ ਕਹਿੰਦੇ ਨੇ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਮੇਰੀ ਕੀ ਪਾਇਆ, ਮੇਰੀ ਕੀ ਕੁਦਰਤ ਹੈ, ਮੇਰੀ ਕੀ ਤਾਕਤ ਹੈ ਮਾਲਕ ਜੀ ਕਿ ਮੈਂ ਤੁਹਾਡੀ ਬੇਅੰਤ ਕੁਦਰਤ ਨੂੰ ਆਪਣੇ ਲਫ਼ਜ਼ਾਂ ਦੁਆਰਾ ਬਿਆਨ ਕਰ ਸਕਾਂ। ਕੁਦਰਤ ਸ਼ਬਦ ਆਪਾਂ ਪਹਿਲਾਂ ਵੀ ਸਮਝ ਚੁੱਕੇ ਹਾਂ ਕਿ ਇਸਤਰੀ ਲਿੰਗ ਸ਼ਬਦ ਹੈ। ਇਹ ਕੁਦਰਤ ਦਾ ਵਿਸ਼ੇਸ਼ਣ ਹੀ ਹੈ, ਭਾਵ ਜਿਹੜੀ ਬੇਅੰਤ ਕੁਦਰਤ ਹੈ ਉਹਦਾ ਮੈਂ ਕਿੱਦਾਂ ਪਾਰਾ ਉਤਾਰ ਕਰ ਸਕਦਾ, ਕਿੱਦਾਂ ਉਹਨੂੰ ਮੈਂ ਲਫ਼ਜ਼ਾਂ ਦੁਆਰਾ ਬਿਆਨ ਕਰ ਸਕਦਾ। ਮੇਰੀ ਕੀ ਪਾਇਆ, ਮੇਰੀ ਕੀ ਤਾਕਤ ਹੈ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਤਾਂ ਇੱਕ ਵਾਰ ਕੁਰਬਾਨ ਹੋਣ ਜੋਗਾ ਵੀ ਨਹੀਂ ਮੇਰੇ ਮਾਲਕ ਜੀ। ਹਾਂ ਮੇਰੀ ਇੱਕੋ ਅਰਦਾਸ ਹੈ, ਜੋ ਤੁਧ ਭਾਵੈ, ਜੋ ਤੁਹਾਨੂੰ ਭਾਉਂਦਾ ਹੈ ਸਾਈ ਭਲੀ ਕਾਰ। ਉਹ ਕੰਮ ਮੈਨੂੰ ਵੀ ਚੰਗਾ ਲੱਗ ਜਾਏ ਤੇ ਤੂੰ ਸਦਾ ਸਲਾਮਤ ਨਿਰੰਕਾਰ। ਤੋ ਇਹ ਜਿਹੜੀ 19 ਨੰਬਰ ਪੌੜੀ ਹੈ, ਇਹਨੂੰ ਵੀ ਆਪਾਂ ਪਹਿਲੀਆਂ ਹੀ ਜਿਹੜੀਆਂ 2 ਪੌੜੀਆਂ ਨੇ ਉਹਨਾਂ ਨਾਲ ਜੋੜ ਕੇ ਵੇਖਣਾ ਹੈ ਕਿ ਪਾਤਸ਼ਾਹ ਨੇ ਜਿਵੇਂ ਉਹਨਾਂ 'ਚ ਸ਼ਬਦ ਵਰਤਿਆ ਵੀ ਅਸੰਖ ਜਪ ਵਾ, ਅਸੰਖ ਲੋਕ ਹੀ ਜਪੀ ਆ, ਅਸੰਖ ਲੋਕ ਹੀ ਤਪੀ ਆ, ਅਸੰਖ ਲੋਕ ਹੀ ਪੂਜਾ ਕਰਨ ਵਾਲੇ ਆ। ਅਤੇ ਨਾਲ 18 ਨੰਬਰ ਪੌੜੀ 'ਚ ਕਹਿਤਾ ਅਸੰਖ ਲੋਕ ਹੀ ਚੋਰੀਆਂ ਕਰਨ ਵਾਲੇ ਆ, ਅਸੰਖ ਲੋਕ ਹੀ ਗਲਵੜ ਹੱਤਿਆ ਕਮਾਉਣ ਵਾਲੇ ਆ, ਅਸੰਖ ਲੋਕ ਹੀ ਨਿੰਦਕ ਆ, ਅਸੰਖ ਲੋਕ ਹੀ ਹਰਾਮ ਖੋਰ ਵਾ। ਯਾਨੀ ਕਿ ਇੱਕੋ ਬੰਦਾ ਦੋ ਰੋਲ ਅਦਾ ਕਰ ਰਿਹਾ। ਤੋ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆ ਭਾਈ ਆਪਣੇ ਅੰਦਰ ਐਂ ਕਰ, ਉਹ ਪਹਿਲੇ ਅੱਖਰ ਮਿਟਾ ਦੇਵੇ ਕਿ ਤੂੰ ਡਬਲ ਗੇਮ ਨਾ ਖੇਡ, ਇੱਕ ਹੋ ਜਾ, ਹੁਣ ਸਚਿਆਰਾ ਬਣ ਜਾ। ਅਤੇ ਆਹ ਇੱਕ ਤਰੀਕਾ ਹੈ ਕਿ ਅਸੰਖ ਨਾਮ ਆ। ਅਸੰਖ ਤਾਂ ਵੇਖ ਲਾ ਭਾਈ, ਅਸੰਖ ਕਿਸਮ ਦੇ ਜੀਵ ਪੈਦਾ ਕੀਤੇ, ਅਸੰਖ ਹੀ ਉਹਨਾਂ ਦੇ ਨਾਮ ਆ ਅਤੇ ਅਸੰਖ ਹੀ ਥਾਵਾਂ। ਅਗੰਮ ਅਸੰਖ ਲੋ, ਜਦੋਂ ਤੱਕ ਬੰਦੇ ਦੀ ਅਜੇ ਪਹੁੰਚ ਵੀ ਨਹੀਂ ਆ ਇਹਨਾਂ ਕੁਝ ਮਾਲਕ ਦਾ ਵੱਡਾ ਪਸਾਰਾ ਹੈ। ਕਹਿੰਦੇ ਅਸੰਖ ਕਹਿ ਸੁਰ ਭਾਰ ਹੋਏ। ਕਹਿੰਦੇ ਪਹਿਲਾਂ ਸ਼ਬਦ ਵਰਤਿਆ ਅਸੰਖ, ਕਹਿੰਦੇ ਅਸੰਖ ਸ਼ਬਦ ਕਹਿ ਕੇ ਵੀ ਸਿਰ 'ਤੇ ਭਾਰ ਚੁੱਕਣ ਵਾਲੀ ਗੱਲ ਹੈ, ਭਾਵ ਅਸੀਂ ਲਫ਼ਜ਼ਾਂ ਨਾਲ ਬਿਆਨ ਨਹੀਂ ਕਰ ਸਕਦੇ। ਕਿੰਨੇ ਪਿਆਰੇ ਸ਼ਬਦ, ਕਿੰਨੀਆਂ ਪਿਆਰੀਆਂ ਵਿਚਾਰਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ। 19 ਨੰਬਰ ਪੌੜੀ ਦੀ ਅੱਜ ਆਪਾਂ ਵਿਚਾਰ ਸਾਂਝੀ ਕੀਤੀ ਹੈ ਸਾਧ ਸੰਗਤ ਜੀ। ਇੱਦਾਂ ਆਪਾਂ ਨਾ ਪੌੜੀ ਦਰ ਪੌੜੀ ਇੱਦਾਂ ਸਮਝਦੇ ਜਾਣਾ। ਗੁਰਦੇਵ ਨੇ ਜਿਹੜੇ ਮੋਤੀ ਸਾਨੂੰ ਪਰੋ ਕੇ ਦਿੱਤੇ ਨੇ, ਆਪ ਪੜ੍ਹੀਏ, ਅਰਥ ਭਾਵ ਸਮਝੀਏ। ਕੋਸ਼ਿਸ਼ ਕਰੋ ਵੀ ਇਕੱਲੀ ਵਿਚਾਰ ਇੱਦਾਂ ਸੁਣ ਤੱਕ ਨਾ ਸੀਮਤ ਰਹੋ, ਆਪ ਇੱਕ ਵਾਰੀ ਅਰਥ ਪੜ੍ਹੋ, ਬਾਰ ਇਹਦੀ ਸਟੱਡੀ ਕਰੋ। ਬਹੁਤ ਪਿਆਰੀ ਬਾਣੀ ਜਿਹੜੀ ਹੈ, ਇੱਦਾਂ ਆਪਾਂ ਕੋਸ਼ਿਸ਼ ਕਰਾਂਗੇ ਅੱਗੇ ਵੀ ਇੱਦਾਂ ਬਾਣੀ ਆਪਾਂ ਜਿਹੜੀ ਹੈ ਉਹ ਕਰਦੇ ਜਾਈਏ ਤਾਂ ਕਿ ਸਾਨੂੰ ਗੁਰਬਾਣੀ ਦੇ ਇਹ ਜਿਹੜੇ ਮੋਤੀ ਆ, ਕਿਉਂਕਿ ਕਲੀਅਰ ਗੱਲ ਗੁਰਦੇਵ ਨੇ ਕਹਿਤਾ ਵੀ ਸਤਿਗੁਰ ਨੂੰ ਸਭ ਕੁ ਵੇਖਦਾ, ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿਚਰ, ਸ਼ਬਦ ਨਾ ਕਰੇ ਵਿਚਾਰ। ਇੱਦਾਂ ਵੇਖਣ ਨਾਲ ਗੱਲ ਥੋੜ੍ਹਾ ਬਣ ਜਾਣੀ ਹੈ। ਜਿੰਨੀ ਦੇਰ ਤੱਕ ਤੁਸੀਂ ਅਰਥਾਂ ਨੂੰ, ਭਾਵ ਅਰਥਾਂ ਨੂੰ, ਸ਼ਬਦਾਂ ਨੂੰ ਨਹੀਂ ਸਮਝਦੇ, ਇਹਨੂੰ ਰੋਜ਼ਮਰਰਾ ਦੀ ਜ਼ਿੰਦਗੀ 'ਚ ਆਪਣੇ ਲਾਗੂ ਕਰਕੇ ਵੇਖੀਏ ਕਿ ਕਿੰਨੇ ਪਿਆਰੇ
ਉਪਦੇਸ਼ ਸਾਨੂੰ ਸਤਿਗੁਰ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ। ਧੰਨਵਾਦ ਤੁਹਾਡਾ ਸਾਰਿਆਂ ਦਾ। ਤੁਸੀਂ ਰੋਜ਼ ਰੋਜ਼ਾਨਾ ਸਮਾਂ ਕੱਢ ਕੇ, ਵਕਤ ਕੱਢ ਕੇ ਇੱਦਾਂ ਸੁਣਦੇ ਹੋ ਅਤੇ ਕੋਸ਼ਿਸ਼ ਕਰੋ ਇਹਨਾਂ ਨੂੰ ਨਾਲ ਸੁਣਦੇ ਜਾਈਏ, ਵਿਚਾਰਦੇ ਜਾਈਏ ਅਤੇ ਅੱਗੇ ਪਹੁੰਚਾਉਂਦੇ ਜਾਈਏ ਆਪਣੇ ਬੱਚਿਆਂ ਤੱਕ। ਆਪਣੇ ਬੱਚਿਆਂ ਨਾਲ ਬੈਠ ਕੇ ਵਿਚਾਰ ਸਾਂਝੇ ਕਰੀਏ ਤਾਂ ਬਹੁਤ ਪਿਆਰੇ ਸ਼ਬਦ ਜਿਹੜੇ ਸਾਨੂੰ ਸਤਿਗੁਰ ਨੇ ਬਖਸ਼ਿਸ਼ ਕੀਤੇ ਨੇ, ਇਹ ਨੇਕ ਬਚਨ ਪ੍ਰਵਾਨ ਕਰਿਓ। ਧੰਨਵਾਦ ਸਾਰਿਆਂ ਦਾ। ਅਦਬ ਸਤਿਕਾਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।